ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਇਸ ਆਰਡੀਨੈਂਸ ਦਾ ਪਹਿਲਾਂ ਪੱਖ ਪੂਰ ਰਿਹਾ ਸੀਗਾ। ਹੁਣ ਉਹ ਕਹਿ ਰਹੇ ਆ ਜੇ ਇਹ ਯੂ ਟਰਨ ਵੀ ਲਿਆ ਤਾਂ ਅਸੀਂ ਕਿਸਾਨਾਂ ਦੇ ਪੱਖ 'ਚ ਲਿਆ। ਯੂ ਟਰਨ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਉਸ ਪਾਸੇ ਨੂੰ ਤੁਰੇ ਨੇ। ਬੀਬਾ ਹਰਸਿਮਰਤ ਬਾਦਲ ਹਾਲੇ ਵੀ ਉਹ ਸ਼ਬਦ ਕਹਿ ਰਹੇ ਨੇ। ਉਹਨਾਂ ਦੀ ਇੱਕ ਇੰਟਰਵਿਊ ਇੰਡੀਆ ਟੂਡੇ ਦਾ ਮੈਂ ਇੰਟਰਵਿਊ ਦੇਖੀ ਸੀ। ਉਸ ਇੰਟਰਵਿਊ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਨਹੀਂ ਕਹਿ ਰਹੀ ਕਿ ਆਰਡੀਨੈਂਸ ਗਲਤ ਹੈ, ਕਿਸਾਨ ਕਹਿ ਰਹੇ ਨੇ। ਤਾਂ ਸਿੱਧੇ ਇਹਦਾ ਭਾਵ ਹੈ ਕਿ ਉਹ ਅਸਤੀਫਾ ਮੋਦੀ ਦੀ ਫੇਵਰ 'ਚ ਦਿੱਤਾ ਹੈ ਕਿ ਜੋ ਤੁਸੀਂ ਮੈਨੂੰ ਅਸਾਈਨਮੈਂਟ ਦਿੱਤੀ ਸੀ ਮੈਂ ਉਹਦੇ 'ਚ ਸਕਸੈਸ ਨਹੀਂ ਹੋ ਸਕੀ ਤੇ ਇਸ ਕਰਕੇ ਮੈਂ ਆਪਣਾ ਕੰਮ ਜਿਹੜਾ ਉਹ ਛੱਡਦੀ ਹਾਂ। ਜਦੋਂ ਤੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਉਸ ਦਿਨ ਤੋਂ ਮੈਂ ਇਹਨਾਂ ਤੋਂ ਕਿਨਾਰਾ ਕਰਕੇ ਤੇ ਇਹਨਾਂ ਵਾਸਤੇ ਬਾਦਲ ਦਲ ਸ਼ਬਦ ਵਰਤੇ। ਔਰ ਜੇ ਥੋੜਾ ਜਿਹਾ ਇਸ ਨੂੰ ਡੂੰਘਾਈ ਨਾਲ ਦੇਖੀਏ ਤਾਂ ਮੈਨੂੰ ਇਹ ਲੱਗਦਾ ਕਿ ਬਾਦਲ ਪਰਿਵਾਰ ਦੇ ਅੰਦਰ ਵੀ ਕਲੇਸ਼ ਚੱਲ ਰਿਹਾ। ਉਸ ਸਮੇਂ ਦਾ ਜਿਹੜੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਇੱਕ ਲੈਟਰ ਜਾਰੀ ਹੁੰਦਾ ਹੈ ਕਿ ਸਿੱਖ ਜਿਹੜੇ ਨੇ ਜ਼ਰਾਇਮ ਪੇਸ਼ਾ ਕੌਮ ਹੈ ਤੇ ਇਹਨਾਂ ਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ। ਪੰਜਾਬ ਦੇ ਵਿੱਚ ਖੇਤੀ ਆਰਡੀਨੈਂਸ ਨੂੰ ਲੈ ਕੇ ਇੱਕ ਥਰਥਲੀ ਮੱਚੀ ਹੋਈ ਹੈ। ਬੇਸ਼ੱਕ ਕਾਨੂੰਨ ਬਣ ਚੁੱਕਿਆ ਹੈ ਪਰ ਹਲੇ ਵੀ ਉਸ ਦਾ ਵਿਰੋਧ ਜਾਰੀ ਹੈ। ਵੱਖ-ਵੱਖ ਜਥੇਬੰਦੀਆਂ ਕਿਸਾਨਾਂ ਦੇ ਨਾਲ ਡਟ ਚੁੱਕੀਆਂ ਨੇ, ਧਾਰਮਿਕ ਜਥੇਬੰਦੀਆਂ ਵੀ ਡਟ ਚੁੱਕੀਆਂ ਨੇ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਦਰਬਾਰੇ ਖਾਲਸਾ ਤੋਂ ਬਾਈ ਹਰਪਿੰਦਰ ਸਿੰਘ ਬਰਾੜ ਜੀ। ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਰਹੇ ਨੇ। ਬਰਾੜ ਸਾਹਿਬ ਸਵਾਗਤ ਹੈ। ਬਹੁਤ ਧੰਨਵਾਦ ਜੀ। ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਬਰਾੜ ਸਾਹਿਬ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਆਰਥਿਕ ਹਮਲਾ ਨਹੀਂ, ਪੰਜਾਬ ਦੀ ਸਿਰਫ ਅਰਧ ਵਿਵਸਥਾ 'ਤੇ ਹਮਲਾ ਨਹੀਂ, ਸਗੋਂ ਇੱਕ ਵਿਚਾਰਧਾਰਕ ਹਮਲਾ, ਸਾਡੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ। ਕੀ ਸੋਚਦੇ ਹੋ? ਬਿਲਕੁਲ ਇਹ ਸੱਚਾਈ ਹੈ। ਇਸ ਗੱਲ 'ਚ ਸੱਚੀ ਮੁੱਚੀ ਇਹ ਵਿਚਾਰਧਾਰਾ ਤੇ ਹਮਲਾ ਹੈ। ਉਹਨਾਂ ਨੂੰ ਉਹ ਬਾਬੇ ਨਾਨਕ ਦੀ ਵਿਚਾਰਧਾਰਾ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ ਤੇ ਇਹਦੇ ਪਿੱਛੇ ਬਹੁਤ ਵੱਡੇ ਮੰਤਵ ਨੇ ਜਿਹੜੇ ਕੰਮ ਕਰ ਰਹੇ। ਜੇ ਇਕੱਲਾ ਤੇ ਇਕੱਲਾ ਆਰਥਿਕ ਹਮਲਾ ਹੋਵੇ ਤੇ ਇਹਨੂੰ ਵਿਦਲਾ ਕੀਤਾ ਜਾ ਸਕਦਾ। ਹੋਰ ਬੜੇ ਤਰੀਕੇ ਨੇ ਆਰਥਿਕਤਾ ਨੂੰ ਕੰਟਰੋਲ ਕਰਨ ਦੇ। ਤਾਂ ਇਹ ਸੱਚੀ ਮੁੱਚੀ ਇਹ ਜਿਹੜਾ ਹਮਲਾ ਹੈ ਸਾਡੀ ਹੋਂਦ ਤੇ ਹਮਲਾ ਹੈ ਕਿ ਉਹਨਾਂ ਨੂੰ ਸਾਡੀ ਵਿਲੱਖਣ ਹੋਂਦ ਜਿਹੜੀ ਹੈ ਉਹ ਚੁਭਦੀ ਹੈ। ਬਾਬੇ ਨਾਨਕ ਦਾ ਉਹ ਫਲਸਫਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਬੋ ਉਹ ਚੁਭਦਾ ਹੈ ਕਿਤੇ ਨਾ ਕਿਤੇ। ਉਹ ਜਿਹੜੇ ਵਰਨ ਵੰਡ ਇਸ ਚੀਜ਼ ਨੂੰ ਉਹ ਲੈ ਕੇ ਆਉਣਾ ਚਾਹੁੰਦੇ ਆ। ਉਹਨਾਂ ਵਾਸਤੇ ਜੇ ਇਹ ਗੱਲ ਸਮਝੀਏ, ਹੋਰ ਡੂੰਘਾਈ 'ਚ ਜਾਈਏ ਸਮਝੀਏ ਤਾਂ ਉਹਨਾਂ ਵਾਸਤੇ ਜਿਹੜਾ ਜੱਟ ਭਾਈਚਾਰਾ, ਬੇਸ਼ੱਕ ਆਪਣੇ ਆਪ ਨੂੰ ਅਸੀਂ ਸਾਡੇ ਲੋਕ ਜਿਹੜੇ ਨੇ ਉਹ ਵੱਡੀ ਜਾਤੀ ਦੇ ਸਮਝਣ, ਪਰ ਉਹਨਾਂ ਵਾਸਤੇ ਇੱਕ ਨੰਬਰ ਤੇ ਬ੍ਰਾਹਮਣ, ਉਸ ਤੋਂ ਬਾਅਦ ਖੱਤਰੀ ਤੇ ਜੱਟ ਤੇ ਜਿਹੜੇ ਜਿਵੇਂ ਇਹ ਆਪਣੇ ਸ਼ੂਦਰ 'ਚ ਹੀ ਆਉਂਦੇ ਆ। ਵੈਸ਼ ਤੇ ਸ਼ੂਦਰ, ਮਜ਼ਦੂਰ ਜਿਹੜਾ ਉਹਨੂੰ ਸ਼ੂਦਰ 'ਚ ਲੈ ਕੇ ਤੇ ਸਾਨੂੰ ਵੈਸ਼ ਦੇ ਵਿੱਚ ਹੀ ਕਹਿੰਦੇ। ਉਹ ਵਰਨ ਵੰਡ ਨੂੰ ਉਹ ਲਾਗੂ ਕਰਨਾ ਚਾਹੁੰਦੇ ਆ। ਜਿਸ ਤਰ੍ਹਾਂ ਇੱਕ ਦੇਸ਼, ਇੱਕ ਭਾਸ਼ਾ, ਇਹ ਤੇ ਇੱਕ ਹੀ ਧਰਮ, ਇਹ ਚੀਜ਼ਾਂ ਜਿਹੜੀਆਂ ਨੇ ਉਹ ਲਾਗੂ ਕਰਨੀਆਂ ਚਾਹੁੰਦੇ ਨੇ। ਇੱਕ ਹੀ ਧਰਮ ਦੀ ਗੱਲ ਕੀਤੀ ਹੈ, ਇੱਕ ਹੀ ਭਾਸ਼ਾ ਦੀ ਗੱਲ ਕੀਤੀ ਹੈ ਤਾਂ ਵਿਰੋਧੀ ਧਿਰਾਂ ਇਲਜ਼ਾਮ ਲਾਉਂਦੀਆਂ ਨੇ ਸੈਂਟਰ ਦੀ ਸਰਕਾਰ ਤੇ ਕਿ ਇਹਨਾਂ ਦਾ ਜਿਹੜਾ ਧਾਰਮਿਕ ਵਿੰਗ ਹੈ ਨਾ, RSS ਦੀ ਜੇ ਆਪਾਂ ਗੱਲ ਕਰੀਏ ਤਾਂ ਉਹ RSS ਦੀ ਰਾਜਨੀਤਿਕ ਵਿੰਗ BJP ਹੈ। ਤਾਂ ਉਸ ਦੇ ਤਹਿਤ ਜਿਹੜਾ ਆ 2022 ਤੱਕ ਇਹਨਾਂ ਦਾ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਮਨਸ਼ਾ ਹੈ, ਕਿਤੇ ਉਹਦੀ ਇਹ ਪਹਿਲ ਤਾਂ ਨਹੀਂ ਸਮਝੀ ਜਾ ਸਕਦੀ ਪੰਜਾਬ ਦੇ ਵਿੱਚ? ਬਿਲਕੁਲ ਇਹ ਚੀਜ਼ ਹੈਗੀ ਹੋਈ ਹੈ ਜੀ। ਸੱਚਾਈ ਹੈ ਇਸ ਗੱਲ 'ਚ। ਇਹ ਪਹਿਲ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਹਦੀ ਸ਼ੁਰੂਆਤ ਜੇ ਅਸੀਂ ਇਹ ਗੱਲ ਕਹੀਏ ਕਿ ਸਿਰਫ ਤੇ ਸਿਰਫ ਇਹ ਲੇਟੈਸਟ ਜਿਹੜੀ ਮੋਦੀ ਗੌਰਮੈਂਟ ਹੈ ਉਹ ਕਰ ਰਹੀ ਹੈ, ਇਹ ਭੁੱਲ ਜਿਓ। ਇਹ ਸੱਚਾਈ ਇਹ ਨਹੀਂ ਹੈ। ਸੱਚਾਈ ਇਸ ਤੋਂ ਪਿੱਛੇ ਜਦ ਮੁਲਕ ਦੀ ਵੰਡ ਕਹੂੰਗਾ ਮੈਂ, ਆਜ਼ਾਦੀ ਸ਼ਬਦ ਨਹੀਂ ਵਰਤਦੇ, ਮੁਲਕ ਦੀ ਵੰਡ 47 ਦੇ ਵਿੱਚ 15 ਅਗਸਤ 47 ਨੂੰ ਮੁਲਕ ਦੀ ਵੰਡ ਹੁੰਦੀ ਹੈ ਤੇ ਉਸ ਵੰਡ ਤੋਂ ਮਹਿਜ਼ 50 ਕੁ ਦਿਨ ਬਾਅਦ 8 ਅਕਤੂਬਰ 1947 ਨੂੰ ਇੱਕ ਲੈਟਰ ਜਾਰੀ ਹੁੰਦਾ। ਉਦੋਂ ਤਾਂ ਇਹ ਗੌਰਮੈਂਟ ਨਹੀਂ ਸੀ ਨਾ, ਉਸ ਸਮੇਂ ਤਾਂ ਜਿਹੜੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਇੱਕ ਲੈਟਰ ਜਾਰੀ ਹੁੰਦਾ ਹੈ ਕਿ ਸਿੱਖ ਜਿਹੜੇ ਨੇ ਇਹ ਜਿਹੜੇ ਜ਼ਰਾਇਮ ਪੇਸ਼ਾ, ਹਾਂ ਧੰਨਵਾਦ ਤੁਹਾਡਾ, ਜ਼ਰਾਇਮ ਪੇਸ਼ਾ ਕੌਮ ਹੈ ਤੇ ਇਹਨਾਂ ਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ। ਇਹ 8 ਅਕਤੂਬਰ 1947 ਨੂੰ ਲੈਟਰ ਜਾਰੀ ਹੋਈ ਆ। ਤਾਂ ਇਹ ਸਾਰਾ ਕੁਝ ਉਦੋਂ ਤੋਂ ਤੁਰਿਆ ਆਉਂਦਾ। ਮੁਲਕ ਦੀ ਵੰਡ ਇਸ ਕਰਕੇ ਕੀਤੀ ਹੈ ਕਿ ਜਿਹੜੀ ਆਜ਼ਾਦੀ ਦਾ ਕਨਸੈਪਟ ਲੈ ਕੇ, ਜਿਸ ਆਜ਼ਾਦੀ ਨੂੰ ਲੈ ਕੇ ਅਸੀਂ ਲੜਾਈ ਲੜੀ ਹੈ, ਤਾਂ ਉਸ ਲੜਾਈ ਦੇ ਵਿੱਚ ਮੋਹਰੀ ਭੂਮਿਕਾ ਪੰਜਾਬ ਨੇ ਅਦਾ ਕੀਤੀ ਹੈ ਜਾਂ ਬੰਗਾਲ ਨੇ ਅਦਾ ਕੀਤੀ ਹੈ। ਤੇ ਤੁਸੀਂ ਭੂਗੋਲਿਕ ਸਿਚੁਏਸ਼ਨ 'ਚ ਦੇਖ ਲਓ ਕਿ ਪੰਜਾਬ ਤਾਂ ਹਲੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਪੰਜਾਬ ਦਾ ਬਾਰਡਰ ਕਿਤੇ ਨਾ ਕਿਤੇ ਲੱਗਦਾ। ਦੂਸਰੇ ਪਾਸੇ ਤੁਸੀਂ ਜੇ ਉੱਧਰ ਜਾ ਕੇ ਦੇਖਦੇ ਆ, ਬੰਗਾਲ ਹੈ ਜਿਹਨੂੰ ਬੰਗਲਾਦੇਸ਼ ਬਣਾਇਆ, ਉਹਦੇ ਤੇ ਕਿਤੇ ਵੀ ਬਾਉਂਡਰੀ ਜਿਹੜੀ ਸੀ ਕਿ ਪਾਕਿਸਤਾਨ ਨਾਲ ਲੱਗਦੀ ਨਹੀਂ ਸੀ, ਉਹਨੂੰ ਵੀ ਅੱਡ ਕਰਤਾ। ਕਿਉਂਕਿ ਇੱਕ ਨੰਬਰ ਤੇ ਜੇ ਭੂਮਿਕਾ ਰਹੀ ਹੈ ਤਾਂ ਉਹ ਪੰਜਾਬੀਆਂ ਦੀ ਰਹੀ ਹੈ, ਸਿੱਖਾਂ ਦੀ ਰਹੀ ਹੈ
ਤੇ ਉਸ ਤੋਂ ਬਾਅਦ ਜੇ ਕੋਈ ਕੌਮ ਲੜਨ ਵਾਲੀ ਸੀ ਤੇ ਉਹ ਬੰਗਾਲੀ ਸੀ, ਤੇ ਉਹਨਾਂ ਨੇ ਦੋਨੋਂ ਕੌਮਾਂ ਨੂੰ ਵੰਡ ਕੇ ਅੱਡ ਕਰਕੇ ਤੇ ਆਪਣਾ ਰਾਜ ਭਾਗ ਜਿਹੜਾ ਉਹ ਇਸ ਤਰੀਕੇ ਦਾ ਤਿਆਰ ਕਰ ਲਿਆ ਤਾਂ ਕਿ ਕਿਸੇ ਕਿਸਮ ਦੀ ਜਿਹੜੀ ਦਿੱਕਤ ਫਿਊਚਰ ਦੇ ਵਿੱਚ ਰਾਜ ਕਰਨ ਦੇ ਵਿੱਚ ਆਵੇ ਨਾ। ਤੇ ਉਹ ਜਦੋਂ ਪੁਨਰਗਠਨ ਪੰਜਾਬ ਦੀ ਗੱਲ ਆਈ ਹੈ ਤੇ ਪੰਜਾਬ ਦਾ ਵੀ ਪੰਜਾਬੀ ਜੀ ਬਣਾਤੀ, ਨਿੱਕਾ ਜਿਹਾ ਸੂਬਾ ਬਣਾਤਾ। ਇਹ ਚੀਜ਼ਾਂ ਪੁਰਾਤਨ ਸਮੇਂ ਤੋਂ ਹੀ ਤੁਰੀਆਂ ਆ ਰਹੀਆਂ ਨੇ, ਨਵੀਆਂ ਨਹੀਂ ਹੈਗੀਆਂ। ਤੇ ਇਸ ਚੀਜ਼ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ, ਸਾਨੂੰ ਸਮਝਣਾ ਚਾਹੀਦਾ ਕਿ ਸਾਡਾ ਜਿਹੜਾ ਦੁਸ਼ਮਣ ਹੈ ਉਹ ਕੱਲੀ ਤੇ ਕੱਲੀ ਭਾਜਪਾ ਨਹੀਂ ਹੈ। RSS ਨੂੰ ਜੇ ਸਪੋਰਟ ਕਰ ਰਹੀ ਹੈ ਜਾਂ ਮਾਫ ਕਰਨਾ, RSS ਜੇ ਸਪੋਰਟ ਕਰ ਰਹੀ ਹੈ, ਕੱਲੀ ਭਾਜਪਾ ਨੂੰ ਸਪੋਰਟ ਨਹੀਂ ਕਰ ਰਹੀ, ਉਹ ਇਹਨਾਂ ਸਾਰੀਆਂ ਧਿਰਾਂ ਨੂੰ ਸਪੋਰਟ ਕਰ ਰਹੀ ਹੈ। ਜਦ 84 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਸਿੱਖ ਨਸਲਕੁਸ਼ੀ ਹੁੰਦੀ ਹੈ ਤੇ ਉਸ ਟਾਈਮ ਤੇ ਰਾਜੀਵ ਗਾਂਧੀ ਦਾ ਇਹ ਸਟੇਟਮੈਂਟ ਆਉਂਦੀ ਹੈ ਕਿ ਜਦੋਂ ਵੱਡਾ ਦਰਖਤ ਹਿੱਲਦਾ ਹੈ, ਦਰਖਤ ਡਿੱਗਦਾ ਹੈ ਤੇ ਧਰਤੀ ਹਿੱਲਦੀ ਹੈ, ਉਸ ਸਮੇਂ ਇਹ ਸਟੇਟਮੈਂਟ ਆਉਂਦੀ ਹੈ। ਤੇ ਜਦੋਂ ਮਹਾਤਮਾ ਗਾਂਧੀ ਦੀ ਹੱਤਿਆ ਹੁੰਦੀ ਹੈ ਉਦੋਂ ਧਰਤੀ ਨਹੀਂ ਹਿੱਲੀ। ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਤੇ ਉਹਦੇ ਅਕਾਰਡਿੰਗ ਸਾਨੂੰ ਅੱਗੇ ਜਿਹੜੇ ਆਪਦੀਆਂ ਤਰਜੀਹਾਂ ਉਹ ਤੈਅ ਕਰਨੀਆਂ ਪੈਣਗੀਆਂ। ਤਾਂ ਹਰਪਿੰਦਰ, ਤੁਸੀਂ ਲੰਮਾ ਸਮਾਂ ਅਕਾਲੀ ਦਲ ਦੇ ਵਿੱਚ ਵੀ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਇਸ ਆਰਡੀਨੈਂਸ ਦਾ ਪਹਿਲਾਂ ਪੱਖ ਪੂਰ ਰਿਹਾ ਸੀਗਾ। ਹੁਣ ਉਹ ਕਹਿ ਰਹੇ ਆ ਜੇ ਵੱਖ-ਵੱਖ ਪਾਰਟੀਆਂ ਉਹਨਾਂ ਤੇ ਇਲਜ਼ਾਮ ਲਾਉਂਦੀਆਂ ਨੇ ਕਿ ਉਹਨਾਂ ਨੇ ਯੂ ਟਰਨ ਲਿਆ, ਤਾਂ ਸ਼੍ਰੋਮਣੀ ਅਕਾਲੀ ਦਲ ਗੱਲਬਾਤ ਦੌਰਾਨ ਕਹਿ ਰਿਹਾ ਹੈ ਕਿ ਯੂ ਟਰਨ ਵੀ ਲਿਆ ਤਾਂ ਅਸੀਂ ਕਿਸਾਨਾਂ ਦੇ ਪੱਖ 'ਚ ਲਿਆ। ਪਿਛਲੇ ਦਿਨੀ ਰੈਲੀ ਵੀ ਕੀਤੀ ਹੈ ਉਹਨਾਂ ਨੇ, ਉਹ ਕਹਿੰਦੇ ਅਸੀਂ ਕਿਸਾਨ ਦੇ ਨਾਲ ਆ। ਕੀ ਦੇਖਦੇ ਹੋ? ਦੇਖੋ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜਾਂ ਅਕਾਲੀ ਦਲ ਬਾਦਲ ਹੈ, ਜਾਂ ਮੈਂ ਇਹਨਾਂ ਨੂੰ ਜਦੋਂ ਤੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਉਸ ਦਿਨ ਤੋਂ ਮੈਂ ਇਹਨਾਂ ਤੋਂ ਕਿਨਾਰਾ ਕਰਕੇ ਤੇ ਇਹਨਾਂ ਵਾਸਤੇ ਬਾਦਲ ਦਲ ਸ਼ਬਦ ਵਰਤਿਆ ਕਿ ਇਹ ਇੱਕ ਬਾਦਲ ਦਲ ਹੈ। ਔਰ ਜੇ ਥੋੜ੍ਹਾ ਜਿਹਾ ਇਸ ਨੂੰ ਡੂੰਘਾਈ ਨਾਲ ਦੇਖੀਏ ਤਾਂ ਮੈਨੂੰ ਇਹ ਲੱਗਦਾ ਕਿ ਬਾਦਲ ਪਰਿਵਾਰ ਦੇ ਅੰਦਰ ਵੀ ਕਲੇਸ਼ ਚੱਲ ਰਿਹਾ। ਬੀਬਾ ਹਰਸਿਮਰਤ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦੀ ਇੱਕ ਹੋਰ ਸਟ੍ਰੈਟਜੀ ਹੈ, ਸੁਖਬੀਰ ਦੀ ਇੱਕ ਹੋਰ ਸਟ੍ਰੈਟਜੀ ਹੈ। ਜਿਹੜੀ ਮੇਰੀ ਅਸੈਸਮੈਂਟ ਆ, ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਆਪਦਾ ਪੋਲੀਟੀਕਲ ਜਿਹੜਾ ਐਨਾਲਿਸਿਸ ਕੀਤਾ ਹੈ। ਤੇ ਜਿਹੜੀ ਇਹ ਗੱਲ ਯੂ ਟਰਨ ਵਾਲੀ ਗੱਲ ਹੈਗੀ ਹੈ, ਯੂ ਟਰਨ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਉਸ ਪਾਸੇ ਨੂੰ ਤੁਰੇ ਨੇ। ਬੀਬਾ ਹਰਸਿਮਰਤ ਬਾਦਲ ਹਾਲੇ ਵੀ ਉਹ ਸ਼ਬਦ ਕਹਿ ਰਹੇ ਨੇ। ਉਹਨਾਂ ਦੀ ਇੱਕ ਇੰਟਰਵਿਊ ਇੰਡੀਆ ਟੂਡੇ ਦਾ ਮੈਂ ਇੰਟਰਵਿਊ ਦੇਖੀ ਸੀ, ਉਸ ਇੰਟਰਵਿਊ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਦੋਂ ਉਹਨੂੰ ਕੁਐਸਚਨ ਕੀਤਾ ਕਿ ਤੁਸੀਂ ਕੁਝ ਸਮਾਂ ਪਹਿਲਾਂ ਇਹਨਾਂ ਆਰਡੀਨੈਂਸਸ ਦਾ ਸਪੋਰਟ ਕਰਦੇ ਸੀ, ਫੇਵਰ ਕਰਦੇ ਸੀ, ਅੱਜ ਤੁਸੀਂ ਵਿਰੋਧ ਕਰਦੇ ਆ, ਤਾਂ ਉਹ ਸਪਸ਼ਟ ਕਹਿੰਦੀ ਹੈ ਕਿ ਮੈਂ ਨਹੀਂ ਕਹਿ ਰਹੀ ਕਿ ਆਰਡੀਨੈਂਸ ਗਲਤ ਹੈ, ਕਿਸਾਨ ਕਹਿ ਰਹੇ ਨੇ। ਫਸਟ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨੇ, ਉਸ ਬੀਬਾ ਨੇ ਇਹ ਗੱਲ ਸ਼ਬਦ ਵਰਤੇ ਸੀ ਕਿ ਮੈਂ ਅਸਤੀਫਾ ਇਸ ਕਰਕੇ ਦਿੱਤਾ ਹੈ ਕਿ ਮੈਂ ਪੰਜਾਬ ਦੇ ਕਿਸਾਨਾਂ ਨੂੰ ਸਮਝਾ ਨਹੀਂ ਸਕੀ ਕਿ ਇਸ ਆਰਡੀਨੈਂਸ ਦੇ ਵਿੱਚ ਤੁਹਾਡੀ ਫੇਵਰ ਕਿੱਥੇ ਹੁੰਦੀ ਹੈ ਤੇ ਮੈਂ ਅਸਤੀਫਾ ਦਿੱਤਾ। ਤਾਂ ਸਿੱਧੇ ਇਹਦਾ ਭਾਵ ਹੈ ਕਿ ਉਹ ਅਸਤੀਫਾ ਮੋਦੀ ਦੀ ਫੇਵਰ 'ਚ ਦਿੱਤਾ ਹੈ ਕਿ ਜੋ ਤੁਸੀਂ ਮੈਨੂੰ ਅਸਾਈਨਮੈਂਟ ਦਿੱਤੀ ਸੀ ਮੈਂ ਉਹਦੇ 'ਚ ਸਕਸੈਸ ਨਹੀਂ ਹੋ ਸਕੀ ਤੇ ਇਸ ਕਰਕੇ ਮੈਂ ਆਪਣਾ ਕੰਮ ਜਿਹੜਾ ਉਹ ਛੱਡਦੀ ਹਾਂ। ਫਿਰ ਇੱਕ ਗੱਲ ਹੋਰ ਆ, ਇਹ ਕਹਿੰਦੇ ਵੀ ਹੁਣ ਅਸੀਂ ਐਨਡੀਏ ਨਾਲੋਂ ਵੀ ਨਾਤਾ ਤੋੜ ਲਿਆ, ਉਹਨੂੰ ਕਿਵੇਂ ਦੇਖਦੇ ਹੋ? ਐਨਡੀਏ ਨਾਲੋਂ ਨਾਤਾ ਤੋੜਿਆ ਨਹੀਂ, ਐਨਡੀਏ ਨਾਲੋਂ ਨਾਤਾ ਤੁੜਾਇਆ ਲੋਕਾਂ ਨੇ। ਐਜੀਟੇਸ਼ਨ, ਕਿਸਾਨ ਐਜੀਟੇਸ਼ਨ ਚੱਲਦੀ ਹੈ। ਇੱਕ ਧਰਨਾ ਪਟਿਆਲੇ ਲੱਗਿਆ, ਦੂਸਰਾ ਧਰਨਾ ਬਾਦਲ ਪਿੰਡ ਲੱਗਿਆ। ਤਾਂ ਜਦ ਘਰੇ ਇਹਨਾਂ ਦੇ ਇੱਕ ਗ੍ਰਹਿ ਯੁੱਧ ਚੱਲਿਆ, ਸੁਖਬੀਰ ਤੇ ਹਰਸਿਮਰਤ ਦਾ, ਮੈਨੂੰ ਵੀ ਲੱਗਦਾ ਕਿ ਉਹਨਾਂ ਦਾ ਗ੍ਰਹਿ ਯੁੱਧ ਚੱਲਿਆ, ਉਸ ਤੋਂ ਬਾਅਦ ਪ੍ਰੈਸ਼ਰ ਬਣਿਆ ਤੇ ਲੋਕਾਂ ਨੇ ਅਸਤੀਫਾ ਲਿਆ, ਹਰਸਿਮਰਤ ਨੂੰ ਅਸਤੀਫਾ ਦੇਣਾ ਪਿਆ। ਉਸੇ ਪ੍ਰੈਸ਼ਰ ਦੇ ਵਿੱਚ ਹੀ ਐਨਡੀਏ ਦੇ ਵਿੱਚੋਂ ਬਾਹਰ ਆਏ ਨੇ ਇਹ। ਤੇ ਆਪਣੀ ਹੋਂਦ ਜਿਹੜੀ ਹੈ ਉਹ ਇਕੱਲੇ ਇਹੀ ਨਹੀਂ, ਜਿੰਨੀਆਂ ਵੀ ਸਿਆਸੀ ਧਿਰਾਂ ਨੇ ਪੰਜਾਬ ਦੇ ਵਿੱਚ, 3 ਸਿਆਸੀ ਧਿਰਾਂ ਪ੍ਰਮੁੱਖਤਾ ਨਾਲ ਹੈ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਆ ਗਈ, ਸਰਕਾਰੀ ਧਿਰ ਕਾਂਗਰਸ ਆ ਗਈ ਤੇ ਤੀਸਰੀ ਧਿਰ ਇਹ ਇਸ ਦੇ ਵਿੱਚੋਂ ਜਦ ਕਿਸਾਨ ਅੰਦੋਲਨ ਦੇ ਵਿੱਚ ਸਾਰਾ ਜਨ ਸੈਲਾਬ ਪੰਜਾਬ ਉੱਠ ਕੇ ਸੜਕ ਤੇ ਆ ਗਿਆ ਤੇ ਆਪਣਾ ਸਿਆਸੀ ਆਧਾਰ ਜਿਹੜਾ ਗਵਾਚਦਾ ਦੇਖ ਕੇ ਉਹਨੂੰ ਬਚਾਉਣ ਵਾਸਤੇ ਇਹ ਜਿਹੜਾ ਅੱਜ ਕਿਸਾਨਾਂ ਦੇ ਨਾਲ ਵਿਚਰ ਰਹੇ ਨੇ। ਅਦਰਵਾਈਜ਼ ਕਿਸਾਨ ਹਤੈਸ਼ੀ ਤਾਂ ਬਿਲਕੁਲ ਨਹੀਂ ਹੈਗੇ ਇਹ। ਤਾਂ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਉੱਤੇ ਨੇ, ਨੈਸ਼ਨਲ ਹਾਈਵੇ ਰੋਕੇ ਜਾ ਰਹੇ ਨੇ, ਰੇਲਾਂ ਰੋਕੀਆਂ ਜਾ ਰਹੀਆਂ ਨੇ। ਇਹ ਮੁਹਿੰਮ ਇੱਕ ਵੱਡਾ ਰੂਪ ਧਾਰ ਚੁੱਕੀ ਆ, ਕਲਾਕਾਰ ਵੀ ਨਾਲ ਖੜ ਗਏ ਨੇ, ਹਰੇਕ ਵਰਗ ਕਿਸਾਨਾਂ ਦੇ ਨਾਲ ਆ ਖੜਿਆ ਇਸ ਮੁਹਿੰਮ ਦੇ ਵਿੱਚ। ਕੰਗਣਾ ਰਣੌਤ ਦਾ ਬਿਆਨ ਆਉਂਦਾ ਹੈ ਕਿ ਇਹ ਤਾਂ ਰੈਡੀਕਲਸ ਨੇ। ਹਰਦੀਪ ਪੁਰੀ ਆਖਦੇ ਨੇ ਭਾਜਪਾ ਆਗੂ ਕਿ ਇਹ ਜਿਹੜੇ ਹੁੱਲੜਬਾਜੀ ਕਰ ਰਹੇ ਨੇ, ਉਹਨਾਂ ਨੂੰ ਕੀ ਕਹੋਗੇ? ਹਰ ਇੱਕ ਦੀ ਆਪਣੀ ਆਪਣੀ ਮੈਂਟੈਲਿਟੀ ਹੈ। ਕੰਗਣਾ ਰਣੌਤ ਉਹ ਲੇਡੀ ਹੈ, ਮੈਂ ਸ਼ਬਦ ਵਰਤਣੇ ਨਹੀਂ ਚਾਹੁੰਦਾ, ਮਾਫੀ ਮੰਗ ਕੇ ਗੱਲ ਕਰਨ ਲੱਗਿਆ, ਕਿ ਜਿਹਦਾ ਇੱਕ ਫੀਲਡ ਹੀ ਹੋਰ ਹੈ, ਉਹਨੂੰ ਸਾਰੇ ਜਾਣਦੇ ਨੇ, ਨਾ ਹੀ ਵਰਤੀਓ ਸ਼ਬਦ ਆਪਾਂ। ਉਹਦੀ ਸਟੇਟਮੈਂਟ ਕੋਈ ਮਾਇਨੇ ਨਹੀਂ ਰੱਖਦੀ। ਠੀਕ ਹੈ, ਉਹਦੇ ਫਾਲੋਅਰਸ ਹੋਣਗੇ, ਸਾਡੇ ਤੇ ਉਸ ਚੀਜ਼ ਦਾ ਕੋਈ ਅਸਰ ਨਹੀਂ। ਅਸੀਂ ਰੈਡੀਕਲ ਹਾਂ ਨਹੀਂ ਹੈ ਇਹ ਸਾਨੂੰ ਪਤਾ। ਜਦੋਂ ਕਿਸੇ ਦੀ ਥਾਲੀ 'ਚੋਂ ਬੁਰਕੀ ਚੱਕੀ ਜਾਂਦੀ ਹੋਵੇ ਨਾ ਤੇ ਉਦੋਂ ਬਾਅਦ ਫਿਰ ਉਹਦਾ ਹੱਥ ਉੱਠਦਾ ਹੀ ਹੈ, ਉਹ ਸਾਰਾ ਕੁਝ ਉਹ ਕਰਨਾ ਪੈਂਦਾ।
ਹੋ ਸਕਦਾ ਇਹ ਗੱਲ ਮੇਰੀ ਕਿਸੇ ਨੂੰ ਬੁਰੀ ਲੱਗੇ ਵੀ ਜਿਸ ਸਮੇਂ ਸਾਡੇ ਪੰਜਾਬ ਦਾ ਪਾਣੀ ਖੋਇਆ ਜਾ ਰਿਹਾ ਸੀ ਤੇ ਉਸ ਸਮੇਂ ਜਾ ਕੇ ਜੇ ਪੰਜਾਬ ਨੇ ਹਥਿਆਰ ਨਾ ਚੱਕੇ ਹੁੰਦੇ ਤੇ ਹੋ ਸਕਦਾ ਪਾਣੀ ਦੁਬਾਰਾ ਫਿਰ ਖੋਇਆ ਜਾਂਦਾ, ਪਾਣੀ ਚਲਿਆ ਜਾਂਦਾ। ਤੇ ਉਹ ਸਟੈਪ ਲਿਆ। ਮੈਂ ਉਸ ਚੀਜ਼ ਦੀ ਸਪੋਰਟ ਨਹੀਂ ਕਰਦਾ, ਪਰ ਹਾਲਾਤ ਇਹੋ ਜਿਹੇ ਬਣ ਗਏ ਤੇ ਅਸੀਂ ਨਾ ਰੈਡੀਕਲ ਹੈਗੇ ਆ, ਨਾ ਸਾਨੂੰ ਇਹ ਸਿੱਖਿਆ ਦਿੱਤੀ ਹੈ ਤੇ ਉਹਦੇ ਕਹਿਣ ਨਾਲ ਰੈਡੀਕਲ ਨਹੀਂ ਬਣਨਾ। ਲੋਕ ਜਾਣਦੇ ਨੇ ਸਾਡੇ ਥਾਲੀ ਦੇ ਵਿੱਚੋਂ ਬੁਰਕੀ ਖੋਲੀ। ਜਿਹੜੀਆਂ ਜ਼ਮੀਨਾਂ ਦੇ ਮਾਲਕ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ, ਅੱਜ ਉਹ ਜ਼ਮੀਨਾਂ ਜਦ ਸਾਡੀਆਂ ਖੁੱਸਣ ਦੇ ਵਾਲੇ ਪਾਸੇ ਨੂੰ ਚੱਲ ਪਈਆਂ ਤੇ ਸਾਨੂੰ ਮਜਬੂਰਨ ਇਹ ਸਾਰਾ ਕੁਝ ਕਰਨਾ ਪੈ ਰਿਹਾ। ਸਾਡਾ ਕੋਈ ਸ਼ੌਕ ਥੋੜ੍ਹਾ ਵਾ, ਅਸੀਂ ਕੰਮ ਧੰਦੇ ਛੱਡ ਕੇ ਸਾਰੇ ਸਮੁੱਚਾ ਪੰਜਾਬ ਅੱਜ ਸੜਕਾਂ ਤੇ ਬੈਠਾ ਵੀ ਆਓ ਤੁਸੀਂ ਇਹ ਇਸ ਤੋਂ ਤਾਂ ਅੱਗੇ ਚੱਲਣਾ, ਹਜੇ ਸਾਰੇ ਦੇਖਾਂਗੇ। ਕੋਈ ਗੱਲ ਨਹੀਂ, ਇਹਨਾਂ ਗੱਲਾਂ ਦੇ ਕੋਈ ਅਸਰ ਨਹੀਂ ਹੈ ਕਿ ਕਹੀ ਜਾਂਦੇ ਨੇ ਰੈਡੀਕਲ, ਕੋਈ ਆਪਣੇ ਸਿਆਸੀ ਹਿੱਤਾਂ ਵਾਸਤੇ ਐਂਬੈਸਡਰਸ ਲਏ ਜਾਂਦੇ ਨੇ, ਉਹਨਾਂ ਨੂੰ ਖਰੀਦਿਆ ਜਾਂਦਾ ਹੈ। ਜਿਹੜੇ ਇਹ ਉਹ ਕਲਾਕਾਰ ਨੇ ਜਿਹੜੇ ਪੈਸਿਆਂ ਵਾਸਤੇ ਕੰਮ ਕਰਦੇ ਆ ਤੇ ਹੋ ਸਕਦਾ ਪੈਸਾ ਉਸ ਪਾਸੋਂ ਮਿਲ ਗਿਆ ਹੋਵੇ, ਉਹ ਸਟੇਟਮੈਂਟ ਉਹੋ ਜਿਹੀਆਂ ਆਈ ਜਾਂਦੀਆਂ ਨੇ। ਇਹਨਾਂ ਗੱਲਾਂ ਦਾ ਕੋਈ ਮਹਿਣਾ ਨਹੀਂ। ਤਾਂ ਹਰਦੀਪ ਪੁਰੀ ਵੀ ਕਹਿ ਰਹੇ ਸੀ ਕਿ ਇਹ ਹੁੱਲੜਬਾਜ਼ ਨੇ, ਹਨਾ। ਇਹ ਜਿਹੜਾ ਬਿਆਨ ਉਹਨਾਂ ਦਾ ਦੇਖਣ ਨੂੰ ਮਿਲਿਆ, ਖਹਿਰਾ ਸਾਹਿਬ ਨੇ ਵੀ ਆਪਣਾ, ਸੁਖਪਾਲ ਖਹਿਰਾ ਜੀ ਨੇ ਵੀ ਉੱਥੇ ਉਹਨਾਂ ਦੇ ਕਿਹਾ ਕਿ ਉਹਨਾਂ ਨੂੰ ਪੰਜਾਬੀਆਂ ਤੋਂ ਜਿਹੜਾ ਆ ਮਾਫੀ ਮੰਗਣੀ ਚਾਹੀਦੀ ਆ। ਪੰਜਾਬ ਨੂੰ ਤਾਂ ਹਮੇਸ਼ਾ ਹੀ ਜਿਹੜਾ ਆ ਇਹੀ ਕਿਹਾ ਜਾਂਦਾ ਰਿਹਾ ਕਿ ਪੰਜਾਬੀ ਜਿਹੜੇ ਆ ਉਹ ਅੱਤਵਾਦੀ ਨੇ, ਉਹ ਖਾਲਿਸਤਾਨੀ ਨੇ, ਠੀਕ ਹੈ। ਹੁਣ ਜੋ ਮੁਹਿੰਮ ਚੱਲ ਰਹੀ ਆ, ਰੈਫਰੈਂਡਮ 2020 ਵੀ ਨੇੜੇ ਆ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਧਰ ਨੂੰ ਗੱਲ ਜਿਹੜੀ ਜਾ ਸਕਦੀ ਹੈ, ਕੇਂਦਰ ਸਰਕਾਰ ਦੇ ਦਿਮਾਗ 'ਚ ਇਹ ਗੱਲ ਆ ਸਕਦੀ ਹੈ ਵੀ ਕਿਤੇ ਨਾ ਕਿਤੇ ਉਧਰ ਨੂੰ ਨਾ ਕੰਮ ਚੱਲ ਪਏ? ਦੇਖੋ, ਜਿਹੜੀ ਸਿਚੁਏਸ਼ਨ ਅੱਜ ਬਣੀ ਹੋਈ ਹੈ, ਜਦੋਂ ਆਪਾਂ ਥੋੜ੍ਹੀ ਜਿਹੀ ਜ਼ਮੀਨੀ ਪੱਧਰ ਤੇ ਗੱਲ ਕਰੀਏ, ਇੱਕ ਪਿਓ ਦੇ 2 ਪੁੱਤ ਹੈ, 3 ਪੁੱਤ ਹੈ, ਜਦੋਂ ਕਿਤੇ ਦਰੈਤਪਾ ਹੋਣ ਲੱਗ ਪੈਂਦੀ ਹੈ ਨਾ, ਤੇ ਉਦੋਂ ਫਿਰ ਮੁੰਡੇ ਇਹ ਗੱਲ ਕਹਿਣ ਲੱਗ ਪੈਂਦੇ ਵੀ ਬਾਪੂ ਸਾਨੂੰ ਅੱਡ ਕਰ ਦੇ, ਵੀ ਮੇਰੇ ਨਾਲ ਤੁਸੀਂ ਇੱਥੇ ਕਰਕੇ ਇਸ ਚੀਜ਼ ਧੱਕਾ ਕੀਤਾ, ਮੇਰੇ ਨਾਲ ਇੱਥੇ ਇਸ ਗੱਲ ਕਰਕੇ ਧੱਕਾ ਕੀਤਾ ਤੇ ਮੈਨੂੰ ਮੇਰਾ ਹਿੱਸਾ ਦੇ, ਮੈਨੂੰ ਅੱਡ ਕਰ ਦੇ। ਜਦੋਂ ਇਹ ਸਾਰਾ ਕੁਝ ਚੱਲੀ ਜਾਊਗਾ ਤੇ ਫਿਰ ਉੱਥੇ ਇਹ ਚੀਜ਼ਾਂ ਆਉਣੀਆਂ ਸੁਭਾਵਿਕ ਨੇ। ਪਹਿਲਾਂ ਵੀ ਅਸੀਂ ਅੱਡ ਹੋਏ ਹਾਂ ਤੇ ਇਹ ਗੱਲਾਂ ਆਉਂਦੀਆਂ ਨੇ, ਇਹ ਚੀਜ਼ਾਂ ਆਉਣਗੀਆਂ, ਮੰਗਣਗੇ ਲੋਕ। ਜਦੋਂ ਸਾਨੂੰ ਦੇ ਹੀ ਕੁਛ ਰਹੇ, ਤੁਸੀਂ ਸਾਡਾ ਤੋਂ ਸਾਰਾ ਕੁਝ ਖੋਹ ਰਹੇ ਹੋ। ਸਾਡੀ ਭਾਸ਼ਾ ਉਹ ਖੋਲੀ, ਪਾਣੀ ਸਾਡਾ ਉਹ ਖੋਹ ਲਿਆ। ਪੂਰੇ ਵਰਲਡ ਦੇ ਵਿੱਚ ਜਿਹੜੇ ਕੁਦਰਤੀ ਸੋਰਸ ਹੈ, ਕੁਦਰਤੀ ਸਰੋਤ ਨੇ, ਉਹ ਉਸ ਸਟੇਟ ਦਾ ਸਰਮਾਇਆ ਹੁੰਦੇ ਨੇ। ਬਿਹਾਰ ਦੇ ਵਿੱਚੋਂ ਕੋਲਾ ਮਿਲਦਾ, ਅਸੀਂ ਉਹਦੀ ਪੇਮੈਂਟ ਕਰਦੇ ਹਾਂ। ਪੰਜਾਬ ਦਾ ਪਾਣੀ ਉਹ ਕਿੰਨਾ ਜ਼ਾਇਆ ਜਾ ਰਿਹਾ ਹੈ, ਹਰਿਆਣੇ ਨੂੰ ਵੀ ਜਾ ਰਿਹਾ ਹੈ, ਰਾਜਸਥਾਨ ਨੂੰ ਵੀ ਜਾ ਰਿਹਾ ਹੈ, ਤੇ ਸਾਨੂੰ ਰਾਇਲਟੀ ਨਹੀਂ ਮਿਲ ਰਹੀ। ਤੇ ਫਿਰ ਅਸੀਂ ਕੀ ਕਰਾਂਗੇ? ਜੋ ਸਾਨੂੰ ਮਿਲਦਾ ਨਹੀਂ ਗਾ ਤਾਂ ਲੋਕ ਇਹ ਗੱਲਾਂ ਉੱਠਣੀਆਂ, ਇਹ ਮੰਗਾਂ ਉੱਠਣੀਆਂ ਸੁਭਾਵਿਕ ਹੁੰਦੀਆਂ ਨੇ, ਇਹ ਉੱਠਣਗੀਆਂ। ਇਹ ਗੱਲਾਂ ਸਮਝਣੀਆਂ ਚਾਹੀਦੀਆਂ। ਜੇ ਉਹਨਾਂ ਨੇ ਸੱਚੀ ਮੁੱਚੀ ਜਿਹੜਾ ਸਿਆਣਾ ਪਿਓ ਹੁੰਦਾ ਨਾ, ਜੇ ਉਹਨੇ ਆਪਦੇ ਪਰਿਵਾਰ ਨੂੰ ਇਕੱਠਾ ਰੱਖਣਾ ਹੈ ਤਾਂ ਉਹਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਸਾਰਿਆਂ ਨੂੰ ਬਣਦਾ ਮਾਣ ਸਤਿਕਾਰ ਉਹ ਦੇਵੇ। ਤਾਂ ਬਾਈ ਜੀ, ਕਿਹਾ ਜਾਂਦਾ ਹੈ ਕਿ ਮਿਨੋਰਟੀ ਨਾਲ ਇੰਡੀਆ ਦੇ ਵਿੱਚ ਧੱਕਾ ਹੁੰਦਾ। ਹੁਣ ਜੇ ਆਪਾਂ ਹਾਥਰਸ ਕਾਂਡ ਦੀ ਗੱਲ ਕਰੀਏ, ਉੱਥੇ ਵੀ ਯੋਗੀ ਵੱਲੋਂ ਬਿਆਨ ਆਉਂਦਾ, ਉੱਥੋਂ ਦੇ ਮੁੱਖ ਮੰਤਰੀ ਵੱਲੋਂ, ਕਹਿੰਦੇ ਵੀ ਠਾਕੁਰਾਂ ਦਾ ਖੂਨ ਜਿਹੜਾ ਆ ਗਰਮ ਹੁੰਦਾ, ਇਸ ਕਰਕੇ ਜੇ ਉਹਨਾਂ ਤੋਂ ਗਲਤੀ ਕਦੇ ਨਾ ਕਦੇ ਗਲਤੀਆਂ ਹੋ ਹੀ ਜਾਂਦੀਆਂ ਠਾਕੁਰਾਂ ਤੋਂ, ਉਹਨਾਂ ਦਾ ਖੂਨ ਜਿਹੜਾ ਆ ਗਰਮ ਹੁੰਦਾ। ਇੱਕ ਦਲਿਤ ਕੁੜੀ ਦੇ ਨਾਲ ਉੱਥੇ ਜਿਹੜਾ ਆ ਬਲਾਤਕਾਰ ਹੁੰਦਾ, ਉਸ ਤੋਂ ਬਾਅਦ ਡਾਕਟਰੀ ਰਿਪੋਰਟ 'ਚ ਵੀ ਇਹ ਕਿਹਾ ਜਾਂਦਾ ਕਿ ਸੀਮਨ ਨਹੀਂ ਮਿਲਿਆ ਉਹਦੇ ਸਰੀਰ ਦੇ ਵਿੱਚੋਂ, ਰੇਪ ਤਾਂ ਹੋਇਆ ਹੀ ਨਹੀਂਗਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਲੱਖਾ ਸਿਧਾਣਾ ਗੱਲ ਕਰ ਰਹੇ ਸੀਗੇ, ਹੋਰ ਵੀ ਤੱਥ ਨੇ ਸਾਡੇ ਕੋਲ। ਪੰਜਾਬ ਦੇ ਵਿੱਚ ਰੇਪ ਹੋਏ, ਪੰਜਾਬ ਦੀ ਪੁਲਿਸ ਨੇ, ਪੰਜਾਬ ਦੇ ਪ੍ਰਸ਼ਾਸਨ ਨੇ, ਦੋਸ਼ ਲੱਗਦੇ ਨੇ ਪ੍ਰਸ਼ਾਸਨ ਤੇ, ਉਹਨਾਂ ਨੇ ਰੇਪ ਕੀਤੇ, ਇੰਨਾ ਧੱਕਾ ਹੋਇਆ, ਮਿਨੋਰਟੀ ਨਾਲ ਧੱਕਾ ਹੋ ਰਿਹਾ, ਹੁੰਦਾ ਆਇਆ। ਅਗਾਂਹ 'ਚ ਤੁਹਾਨੂੰ ਕੀ ਲੱਗਦਾ, ਮਿਨੋਰਟੀ ਨਾਲ ਜੋ ਧੱਕਾ ਹੋ ਰਿਹਾ, ਇਹਨੂੰ ਠੱਲ ਪੈ ਸਕਦੀ ਹੈ ਜਾਂ ਇੰਡੀਆ ਦੇ ਵਿੱਚ ਇਹ ਨਹੀਂ ਹੋਊਗਾ? ਇਹ ਆਪਾਂ ਪਹਿਲਾਂ ਵੀ ਇਹੀ ਗੱਲ ਕੀਤੀ ਹੈ ਵੀ ਇਹ ਇੰਡੀਅਨ ਗੌਰਮੈਂਟ, ਇਹਨਾਂ ਦੀ ਇੱਕ ਸਾਈਕੀ ਹੈ। ਹੁਣ ਇੱਕ ਸੂਬੇ ਦਾ ਮੁੱਖ ਮੰਤਰੀ ਜਿਹਨੂੰ ਇਹ ਲੱਗਦਾ ਕਿ ਉਹ ਅਗਲਾ ਪ੍ਰਾਈਮ ਮਿਨਿਸਟਰ ਪ੍ਰਮੋਟ ਕਰ ਰਹੇ ਨੇ, ਉਸ ਚਿਹਰੇ ਨੂੰ ਭਾਵੀ ਪ੍ਰਾਈਮ ਮਿਨਿਸਟਰ ਪ੍ਰਮੋਟ ਕਰਨ ਵਾਲੇ ਪਾਸੇ ਨੂੰ ਤੁਰੇ ਹੋਏ ਨੇ, ਔਰ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲ ਕਹਿੰਦਾ ਵੀ ਇਹ ਸ਼ਬਦ ਜਿਹੜੇ ਉਹਨੇ ਵਰਤੇ ਨੇ ਵੀ ਠਾਕਰਾਂ ਦਾ ਖੂਨ ਗਰਮ ਹੁੰਦਾ। ਇੱਕ ਮੁੱਖ ਮੰਤਰੀ ਦੇ ਮੂੰਹੋਂ ਇਹ ਸ਼ਬਦ ਸੁਣਨ ਤੇ ਇਹਦਾ ਮਤਲਬ ਕੀ ਹੈ? ਤਾਂ ਉਹ ਇੱਕ ਵਿਰਕੇ ਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ। ਜੋ ਕੁਝ ਪਹਿਲਾਂ ਮਨੂ ਸਮ੍ਰਿਤੀ ਦੇ ਵਿੱਚ ਲਿਖਿਆ ਹੋਇਆ ਸੀ, ਉਹ ਇਹ ਕਹਿੰਦੇ ਸੀ, ਇਹ ਸਮਝਦੇ ਸੀ, ਮਨੂ ਸਮ੍ਰਿਤੀ ਦੇ ਵਿੱਚ ਵੀ ਇਹ ਸ਼ਬਦ ਜਿਹੜੇ ਦੇਖੇ ਨੇ ਕਿ ਜਿਹੜੀਆਂ ਇਹ ਔਰਤਾਂ, ਇਹਨਾਂ ਤੇ ਖੱਤਰੀਆਂ ਦਾ, ਬ੍ਰਾਹਮਣਾਂ ਦਾ ਅਧਿਕਾਰ ਹੈ, ਸ਼ੂਦਰ ਸਾਡੇ ਗੁਲਾਮ ਨੇ,
ਵੈਸ਼ ਸਾਡੇ ਗੁਲਾਮ ਨੇ, ਅਸੀਂ ਉਹਨਾਂ ਨੂੰ ਵਰਤ ਸਕਦੇ ਹਾਂ। ਤੇ ਇਹ ਰਲਦੀ ਮਿਲਦੀ ਹੈ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਨੇ ਇਹ ਸ਼ਬਦ। ਇਹ ਸਾਰਾ ਕੁਝ ਇਹਨਾਂ ਦੀ ਮਾਨਸਿਕਤਾ ਦੇ ਵਿੱਚੋਂ ਹੀ ਨਿਕਲਦਾ ਨਾ। ਇਹ ਸਾਨੂੰ ਕਿਵੇਂ ਦੇਖਦੇ ਨੇ? ਅੱਜ ਦੁਨੀਆ ਕਿੱਥੋਂ ਕਿੱਥੇ ਪਹੁੰਚ ਗਈ, ਇਹ ਕਿੱਥੇ ਖੜੇ ਨੇ ਔਰ ਕਿਸ ਪਾਸੇ ਨੂੰ ਲੈ ਕੇ ਜਾ ਰਹੇ ਨੇ ਮੁਲਕ ਨੂੰ, ਇਹ ਸਾਰਿਆਂ ਦੇ ਸਾਹਮਣੇ ਹੈ। ਤਾਂ ਅਸੀਂ ਇਹ ਚੀਜ਼ ਕਹਿੰਦੇ ਹਾਂ ਕਿ ਜੇ ਸੱਚੀ ਮੁੱਚੀ ਮੁਲਕ ਨੂੰ ਬਚਾਉਣਾ ਹੈ, ਮੁਲਕ ਦੀ ਇਕੋਨਮੀ ਬਚਾਉਣੀ ਹੈ, ਮੁਲਕ ਦੀ ਸੱਭਿਅਤਾ ਨੂੰ ਬਚਾਉਣਾ, ਸੱਭਿਆਚਾਰ ਨੂੰ ਬਚਾਉਣਾ ਹੈ, ਤੇ ਇਹਨਾਂ ਨੂੰ ਇਸ ਅੱਜ ਜਿਹੜੀ ਆਜ਼ਾਦੀ ਹੈ, ਸਾਨੂੰ RSS ਤੋਂ ਆਜ਼ਾਦੀ ਦੀ ਲੋੜ ਹੈ। ਉਸ ਪਾਸੇ ਨੂੰ ਸਾਨੂੰ ਤੁਰਨਾ ਚਾਹੀਦਾ, ਸਾਨੂੰ ਸੋਚਣਾ ਚਾਹੀਦਾ। ਇਹ ਹਮਲੇ ਜਦੋਂ ਤੱਕ RSS ਸਾਡੇ ਤੇ ਕਾਬਜ਼ ਆ, ਉਦੋਂ ਤੱਕ ਇਹ ਹਮਲੇ ਲਗਾਤਾਰ ਹੁੰਦੇ ਆਉਣਗੇ, ਇਹ ਚੱਲੂਗਾ। ਪਰ ਜਿਹੜੀ ਮੈਜੋਰਿਟੀ ਆ, ਬਹੁ ਗਿਣਤੀ ਵੋਟ ਦੀ ਗੱਲ ਕਰੀਏ, ਉਹ ਤਾਂ ਇਹਨਾਂ ਦੇ ਨਾਲ ਆ। ਇਹ ਪ੍ਰਚਾਰ ਇਹਨਾਂ ਦਾ ਕੁਛ ਇਸ ਤਰ੍ਹਾਂ ਦਾ ਹੈ। ਜਿਹੜੀ ਅਸੀਂ ਮੈਜੋਰਿਟੀ ਦੀ ਗੱਲ ਕਰਦੇ ਹਾਂ, BJP ਦਾ ਵੋਟ ਬੈਂਕ ਦੇਖੋ ਕਿ 35% ਦੇ ਅੰਦਰ ਬਾਹਰ ਰਹਿੰਦਾ, 35% ਦੇ ਅੰਦਰ ਬਾਹਰ ਰਹਿੰਦਾ। ਕਦੇ 38 ਤੇ ਚਲੇ ਗਏ, ਕਦੇ 32 ਤੇ ਚਲੇ ਗਏ, ਕਦੇ 36 ਤੇ ਚਲੇ ਗਏ। ਤਾਂ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਮੈਜੋਰਿਟੀ ਇਹਦੇ ਨਾਲ ਹੈ। ਮੈਜੋਰਿਟੀ ਜਿਹੜੀ ਹੈ ਉਹ ਇਹਨਾਂ ਦੇ ਅਗੇਂਸਟ ਹੈ। ਜੇ 35% ਵੋਟ ਮਿਲ ਗਈ ਇਹਨਾਂ ਨੂੰ, ਤਾਂ 65% ਵੋਟ ਤਾਂ ਇਹਨਾਂ ਦੇ ਉਲਟ ਪਈ ਹੈ ਨਾ। ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਮੈਜੋਰਿਟੀ ਇਹਨਾਂ ਦੇ ਨਾਲ ਹੈ। ਠੀਕ ਹੈ, ਸਾਡਾ ਜਿਹੜਾ ਕਾਊਂਟਿੰਗ ਆਫ ਵੋਟ ਸਿਸਟਮ ਜਿਹੜਾ ਉਸ ਤਰ੍ਹਾਂ ਦਾ ਬਣਿਆ ਹੋਇਆ, ਉਹ ਲੈ ਜਾਂਦੇ ਨੇ। ਇਹ ਚੀਜ਼ ਹੈ 35%। ਤਾਂ ਇੱਕ ਗੱਲ ਹੋਰ ਆ, ਪਰ ਹੁਣ ਚੁੱਗ ਜੀ ਕਹਿ ਰਹੇ ਨੇ ਕਿ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ 117 ਦੇ 17 ਕੈਂਡੀਡੇਟ ਖੜਾਵਾਂਗੇ ਤੇ ਜਿੱਤਾਂਗੇ ਤੇ ਜਿੱਤ ਪ੍ਰਾਪਤ ਕਰਾਂਗੇ, ਮੁੱਖ ਮੰਤਰੀ ਸਾਡਾ ਹੋਊਗਾ। ਤੁਹਾਨੂੰ ਲੱਗਦਾ ਵੀ ਪੰਜਾਬ ਦੇ ਲੋਕ ਮਤਲਬ ਤੁਹਾਨੂੰ ਲੱਗਦਾ ਜੇ ਆਪਾਂ ਵੋਟ ਸਿਸਟਮ ਦੀ ਗੱਲ ਕੀਤੀ ਹੈ ਵੀ ਉਹ ਹੈ ਹੀ ਇੱਦਾਂ ਦਾ ਕਿ ਜਿੱਤ ਜਾਂਦੇ ਨੇ? ਕੀ ਲੱਗਦਾ ਪੰਜਾਬ 'ਚ ਵੀ ਜਿੱਤ ਜਾਣਗੇ? ਰਾਜਨੀਤਿਕ ਇਹੋ ਜਿਹੀ ਖੇਡ ਹੈ, ਇਹਦੇ 'ਚ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ, ਪੰਜਾਬੀ ਇੱਕ ਇਹੋ ਜਿਹੀ ਕੌਮ ਹੈ ਜਿਹੜੇ ਜਿਤਾਉਂਦੇ ਨਹੀਂ ਕਿਸੇ ਨੂੰ। ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ, ਸਾਰੇ ਦਰਸ਼ਕ ਵੀ ਧਿਆਨ ਨਾਲ ਸੁਣਨ, ਕਿ ਪੰਜਾਬੀ ਕਿਸੇ ਨੂੰ ਜਿਤਾਉਂਦੇ ਨਹੀਂ ਹੈਗੇ, ਪੰਜਾਬੀ ਹਰਾਉਂਦੇ ਆਏ ਨੇ। ਪਹਿਲਾਂ ਜੇ ਕਾਂਗਰਸ ਨੇ ਨੁਕਸਾਨ ਕੀਤਾ ਤੇ ਅਸੀਂ ਕਾਂਗਰਸ ਹਰਾਤੀ, ਕੁਰਸੀ ਤੇ ਸੱਤਾ ਤੇ ਜਿਹੜਾ ਮਰਜ਼ੀ ਬੈਠ ਗਿਆ, ਇਸ ਤੱਕ ਕੋਈ ਮਤਲਬ ਨਹੀਂ। ਲਾਸਟ ਟਾਈਮ ਜਿਹੜੀ 2017 'ਚ ਇਲੈਕਸ਼ਨ ਹੋਈ ਹੈ, 2017 ਵਾਲੇ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਬਾਦਲ ਨੇ ਜਿਸ ਤਰ੍ਹਾਂ ਦੇ ਕਾਰਨਾਮੇ ਕੀਤੇ, ਸਿਰਫ ਇੱਕ ਬਰਗਾੜੀ ਕਾਂਡ, ਗੁਰੂ ਸਾਹਿਬ ਦੀ ਬੇਅਦਬੀ, ਬਾਈਬਲ ਤੇ ਕੋਟਕਪੂਰਾ ਕਾਂਡ ਜਿਹੜੇ ਹੋਇਆ, ਗੋਲੀ ਕਾਂਡ ਹੋਇਆ, ਉਸ ਦੇ ਵਿਰੋਧ ਦੇ ਵਿੱਚ ਵੋਟ ਪਾਤੀ। ਸਾਹਮਣੇ ਕੌਣ ਜਿੱਤਦਾ ਇਸ ਗੱਲ ਤੱਕ ਕੋਈ ਮਤਲਬ ਨਹੀਂ। ਸੋ ਪੰਜਾਬੀ ਜਿਹੜਾ ਹਮੇਸ਼ਾ ਵਿਰੋਧ 'ਚ ਵੋਟ ਪਾਉਂਦਾ। ਜੇ BJP ਇਹ ਚੀਜ਼ ਸੋਚਦੀ ਹੈ ਪੰਜਾਬ ਦੇ ਸਿੰਘਾਸਨ ਤੇ ਜਿਹੜਾ ਮਰਜ਼ੀ ਬੈਠਦੇ, BJP ਨੂੰ ਪੰਜਾਬੀ ਨਹੀਂ ਬੈਠਣ ਦਿੰਦੇ। ਹਾਂ, ਇੱਕ ਚਾਂਸ ਹੋ ਸਕਦਾ ਜਿਸ ਰੂਪ ਦੇ ਵਿੱਚ ਜਿਹੜਾ EVM ਦੇ ਉੱਪਰ ਦੋਸ਼ ਲੱਗ ਰਹੇ ਨੇ, ਦੋਸ਼ ਪ੍ਰੂਵ ਹੋ ਗਏ, ਵਰਲਡ ਸਾਰੇ ਨੇ EVM ਸਿਸਟਮ ਨੂੰ ਰਿਜੈਕਟ ਕਰਤਾ। ਮੈਜੋਰਿਟੀ ਪੀਪਲ ਜਿਹੜੇ ਨੇ ਉਹ ਇਸ ਗੱਲ ਨੂੰ ਰਿਜੈਕਟ ਕਰਦੇ ਨੇ ਕਿ ਨਹੀਂ, EVM ਦੇ ਰਾਹੀਂ ਇਲੈਕਸ਼ਨ ਨਹੀਂ ਹੋਣਾ ਚਾਹੀਦਾ, ਜਿਹੜਾ ਫੂਲ ਪ੍ਰੂਫ ਨਹੀਂ ਹੈਗਾ। ਜੇ ਮੰਨ ਲਓ ਮੈਂ ਵੋਟਰ ਹਾਂ, ਮੈਨੂੰ ਇਹ ਲੱਗਦਾ ਕਿ ਮੈਨੂੰ ਸ਼ੱਕ ਹੈ ਕਿ ਮੇਰੀ ਵੋਟ ਜਿਹੜੀ ਮੈਂ ਜਿੱਥੇ ਪਾ ਰਿਹਾ ਉਸ ਪਾਸੇ ਨਹੀਂ ਜਾ ਰਹੀ, ਤਾਂ ਮੇਰੀ ਸੈਟੀਸਫੈਕਸ਼ਨ ਕਰਵਾਉਣੀ ਇਹ ਗਵਰਨਮੈਂਟ ਦੀ ਡਿਊਟੀ ਹੈ, ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ। ਉਹ ਉਸ ਤੋਂ ਸਾਈਡ ਤੇ ਜਾ ਕੇ ਜੇ ਸਧਾਰਨ ਬੈਲਟ ਪੇਪਰ ਨਾਲ ਚੋਣਾਂ ਹੁੰਦੀਆਂ ਫਿਰ ਪੋਸੀਬਲ ਨਹੀਂ। EVM ਦੇ ਵਿੱਚ ਕੁਝ ਵੀ ਹੋ ਸਕਦਾ। ਤਾਂ ਹਰਪਿੰਦਰ, ਇੱਕ ਗੱਲ ਹੋਰ ਆ ਵੀਰ, ਕਿ ਪੰਜਾਬ ਦੇ ਕਲਾਕਾਰ ਕਿਸਾਨਾਂ ਦੇ ਨਾਲ ਆ ਖੜੇ ਨੇ। ਬਾਈ ਦੀਪ ਸਿੱਧੂ ਆਖ ਰਹੇ ਸੀ ਕਿ ਮੈਨੂੰ RSS ਦਾ ਫੋਨ ਆਉਂਦਾ ਕਿਸੇ ਗੱਲ ਕਰਕੇ। ਉਹ ਕਹਿੰਦੇ ਵੀ ਹੋਰਾਂ ਨੂੰ ਵੀ ਆ ਸਕਦੇ ਨੇ, ਸਾਡੇ ਹੋਰ ਆਗੂਆਂ ਨੂੰ ਵੀ ਆ ਸਕਦੇ ਨੇ। ਕੀ ਲੱਗਦਾ ਵੀ ਕੀ ਕਾਰਨ ਹੋਣਗੇ, ਕਿਉਂ ਫੋਨ ਆ ਰਹੇ ਨੇ? ਮੈਂ ਪਹਿਲਾਂ ਵੀ ਇਹੀ ਗੱਲ ਕੀਤੀ ਸੀ ਕਿ RSS ਆਪਰੇਟ ਕਰ ਰਹੀ ਹੈ ਇੰਡੀਅਨ ਗਵਰਨਮੈਂਟ ਨੂੰ, ਤੇ RSS ਪੂਰੇ ਸਿਸਟਮ ਤੇ ਕਾਬਜ਼ ਹੋਣਾ ਚਾਹੁੰਦੀ ਹੈ। ਉਹ ਸਿਸਟਮ ਜਿਹੜਾ ਗੁਰੂ ਸਾਹਿਬ ਨੇ ਤੋੜਿਆ ਸੀ, ਮਜ਼ਦੂਰ ਨੂੰ ਮਾਲਕ ਬਣਾਇਆ ਸੀ, ਅੱਜ ਉਹ ਦੁਬਾਰਾ ਫਿਰ ਉਹਨਾਂ ਵਾਸਤੇ ਅਸੀਂ ਵੈਸ਼ ਹਾਂ, ਅਸੀਂ ਸ਼ੂਦਰ ਹਾਂ। ਤਾਂ ਸਾਡੇ ਕੋਲੋਂ ਉਹ ਸਮੁੱਚੇ ਪ੍ਰਾਪਰਟੀ ਦੇ ਰਾਈਟਸ ਜਿਹੜੇ ਨੇ ਉਹ ਹੋ ਕੇ ਉਹਨਾਂ ਕੋਲ ਹੀ ਦੁਬਾਰਾ ਦੇਣਾ ਚਾਹੁੰਦੇ ਨੇ। ਤੇ ਇਹ ਸਾਰਾ ਕੁਝ RSS ਕਰੂਗੀ, ਕਿਉਂਕਿ ਦੇਖੋ RSS ਦਾ, ਜੇ RSS ਇੱਕ NGO ਹੈ, ਇਹਨਾਂ ਦੀ ਭਾਸ਼ਾ ਮੁਤਾਬਕ ਮੰਨ ਕੇ ਚੱਲੀਏ ਕਿ RSS ਇੱਕ ਸਮਾਜ ਸੇਵੀ ਜਥੇਬੰਦੀ ਹੈ, ਤਾਂ ਫਿਰ ਉਹਨੂੰ ਇਸ ਮਸਲੇ ਦੇ ਵਿੱਚ ਇੰਟਰਫੀਅਰ ਕਰਨਾ ਨਹੀਂ ਚਾਹੀਦਾ। ਤਾਂ ਜਿਹੜੀ ਆਪਾਂ ਗੱਲ ਕੀਤੀ ਸੀ, ਉਹ ਦੀਪ ਸਿੱਧੂ ਨੇ ਵੀ ਇਹ ਗੱਲ ਪ੍ਰੂਵ ਕਰਤੀ, ਔਰ RSS ਦੇ ਫੋਨ ਕਰਕੇ ਵੀ ਇਹ ਗੱਲ ਪ੍ਰੂਵ ਹੋ ਗਈ ਕਿ ਇਹਦੇ ਪਿੱਛੇ RSS ਹੈ, ਇਹਨਾਂ ਨੂੰ ਆਪਰੇਟ ਉਹ ਕਰ ਰਹੇ ਨੇ। ਤਾਂ ਉਹਨਾਂ ਦਾ ਮਨਸ਼ਾ ਹੈ, ਨਿਸ਼ਾਨਾ ਹੈ ਵੀ ਅਸੀਂ ਕਿਉਂ ਨਾ ਇਸ ਚੀਜ਼ ਨੂੰ ਟੇਕ ਆਫ ਕਰੀਏ। ਤਾਂ ਬਾਈ, ਪਹਿਲਾਂ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਜਿਹੜੇ ਪਾਣੀ ਆ, ਪੰਜਾਬ ਦੇ ਪਾਣੀ ਲੁੱਟ ਲਏ ਗਏ। ਰਾਜਸਥਾਨ ਨਹਿਰ ਦੇ ਉੱਤੇ ਵੀ ਮੈਂ ਇੱਕ ਰਿਪੋਰਟ ਤਿਆਰ ਕੀਤੀ ਸੀ। ਹੋਰ ਵੀ ਪੰਜਾਬ ਦੀ ਜੇ ਗੱਲ ਕਰੀਏ, ਪਹਿਲਾਂ ਪੰਜਾਬ ਦੇ ਪਾਣੀ ਲੁੱਟੇ ਗਏ, SYL ਦਾ ਮਸਲਾ ਵੀ ਚੱਲਿਆ, ਉਹ ਨਹੀਂ, ਚਲੋ ਹਲੇ ਵੀ ਉਹ ਚੱਲ ਰਿਹਾ, ਹਲੇ ਤੱਕ ਉਹਦੇ ਪਿੱਛੇ ਇੰਨੀਆਂ ਕੁਰਬਾਨੀਆਂ ਹੋ ਗਈਆਂ। ਹਲੇ ਵੀ ਹਰਿਆਣਾ ਜਿਹੜਾ ਆ ਆਪਦਾ ਅਧਿਕਾਰ ਜਿਹੜਾ ਜਮਾ ਰਿਹਾ ਪਾਣੀ ਦੇ ਉੱਤੇ। ਹੁਣ ਜਿਹੜਾ ਆ ਪੰਜਾਬ ਦੀਆਂ ਜ਼ਮੀਨਾਂ ਲੁੱਟਣ ਦੀ ਤਿਆਰੀ ਹੈ।
ਇਹ ਸਾਰੇ ਆਖ ਰਹੇ ਨੇ। ਜਿਹੜੀ ਇਹਦੀ ਪਲੈਨਿੰਗ ਦੀ ਜੇ ਆਪਾਂ ਗੱਲ ਕਰੀਏ 2015 ਦੇ ਵਿੱਚ ਅਡਾਨੀਆਂ ਦੇ ਫਾਰਮ ਪੰਜਾਬ 'ਚ ਲੱਗ ਗਏ ਸੀ, ਤੇ ਪੰਜਾਬ ਦੀ ਉਸ ਸਮੇਂ ਦੀ ਸਰਕਾਰ ਕਿੰਨੀ ਕੁ ਦੋਸ਼ੀ ਆ ਤੁਹਾਨੂੰ ਪਤਾ ਹੋਊਗਾ, ਤੁਸੀਂ ਉਸ ਸਮੇਂ ਨਾਲ ਸੀ, ਤੁਹਾਨੂੰ ਪਤਾ ਹੋਊ ਵੀ ਕਿੰਨੇ ਕੁ % ਜਿਹੜੀ ਆ ਅਕਾਲੀ ਦਲ ਜਾਂ ਉਸ ਸਮੇਂ ਦੀ ਜੋ ਸਰਕਾਰ ਸੀ, ਉਸ ਸਮੇਂ ਦੇ ਲੀਡਰ ਸੀ, ਕਿੰਨੇ % ਦੋਸ਼ੀ ਨੇ? ਪੂਰਨ ਦੋਸ਼ੀ ਨੇ। ਮੈਂ ਤਾਂ ਤੁਹਾਨੂੰ ਇਹ ਗੱਲ ਦੱਸਦਾ ਕਿ ਇਹ 2015 ਤੋਂ ਪੁਰਾਣਾ, ਜਦ ਨਰਸਿਮਹਾ ਰਾਓ ਦੀ ਗਵਰਨਮੈਂਟ ਬਣਦੀ ਹੈ ਇੰਡੀਆ 'ਚ, ਨਰਸਿਮਹਾ ਰਾਓ ਜਿਹੜਾ ਪ੍ਰਾਈਮ ਮਿਨਿਸਟਰ ਬਣਦਾ, ਉਸ ਸਮੇਂ ਮਨਮੋਹਨ ਸਿੰਘ ਜਿਹਨੂੰ ਪੰਜਾਬੀ ਅੱਜ ਤਲੀਆਂ ਤੇ ਚੁੱਕ ਰਹੇ ਨੇ, ਪੰਜਾਬ ਦਾ ਸਭ ਤੋਂ ਵੱਡਾ ਗਦਾਰ ਉਹ ਨਿਕਲਿਆ ਜਿਹੜਾ ਚੁੱਪ ਕੀਤਾ। ਮਨਮੋਹਨ ਸਿੰਘ ਕੋਲੇ ਨਾ ਤਾਂ ਉਹ ਪਾਰਲੀਮੈਂਟ ਦਾ ਮੈਂਬਰ ਸੀ, ਨਾ ਹੀ ਕਾਂਗਰਸ ਦਾ ਮੈਂਬਰ ਸੀ। ਕਾਂਗਰਸ ਦੀ ਮੈਂਬਰਸ਼ਿਪ ਮੇਰੇ ਖਿਆਲ 2 ਰੁਪਏ ਦੀ ਪਰਚੀ ਉਦੋਂ ਹੁੰਦੀ ਸੀ, ਉਹਦੇ ਕੋਲੇ ਉਹ 2 ਰੁਪਏ ਦੀ ਮੈਂਬਰਸ਼ਿਪ ਵੀ ਹੈ ਨਹੀਂ ਸੀ, ਤੇ ਮਨਮੋਹਨ ਸਿੰਘ ਨੂੰ ਜਿਹੜਾ ਹੈ ਉਸ ਸਮੇਂ ਫਾਈਨਾਂਸ ਮਿਨਿਸਟਰ ਬਣਾਇਆ। ਮੇਰੇ ਕਹਿਣ ਦਾ ਭਾਵ ਇਹ ਸੀ ਕਿ ਉਸ ਸਮੇਂ ਵਰਲਡ ਲੈਵਲ ਤੇ ਕਾਰਪੋਰੇਟਸ ਦੇ ਨਾਲ ਸਮਝੌਤੇ ਹੋਏ, ਉਸ ਸਮਝੌਤਿਆਂ ਦੇ ਤਹਿਤ ਇਹ ਸਾਰਾ ਕੁਝ ਚੱਲਿਆ। ਉਦੋਂ ਤੋਂ ਤੁਰਿਆ ਆਉਂਦਾ। ਕਿਸੇ ਸਮੇਂ ਸੁਸ਼ਮਾ ਸਵਰਾਜ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਆੜ੍ਹਤੀ ਹੈ ਉਹ ਕਿਸਾਨ ਦਾ ATM ਹੈ। ਇਹ ਗੱਲ ਸੁਸ਼ਮਾ ਸਵਰਾਜ ਦੀ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਸੀ ਕਿ ਆੜ੍ਹਤੀਆ ਕਿਸਾਨ ਦਾ ATM ਹੈ, ਤੇ ਅੱਜ ਉਹੀ ਗੱਲਾਂ ਵਿਰੋਧੀ ਧਿਰ ਕਹਿ ਰਹੀ ਹੈ ਵੀ ਅੱਜ ਜਿਹੜੇ ਪਾਲੇ ਬਦਲੇ ਹੋਏ ਨੇ, ਤੇ ਅੱਜ ਰਾਹੁਲ ਕਹਿ ਰਿਹਾ, ਰਾਹੁਲ ਦੀ ਧਿਰ ਕਹਿ ਰਹੀ ਹੈ ਕਿ ਜਿਹੜਾ ਆੜ੍ਹਤੀਆ ਉਹ ਕਿਸਾਨ ਦਾ ATM ਹੈ। ਤਾਂ ਆੜ੍ਹਤੀਆ ਸਿਸਟਮ ਨੂੰ ਡੈਮੇਜ ਕਰਨ ਵਾਸਤੇ, ਉਸ ਸਿਸਟਮ ਨੂੰ ਖਤਮ ਕਰਨ ਵਾਸਤੇ ਜਿਹੜਾ ਬੜੇ ਸ਼ਾਤਰਾਨਾ ਤਰੀਕੇ ਨਾਲ ਇਹ ਗੱਲ ਕਹਿਤੀ ਕਿ ਆੜ੍ਹਤੀਆ ਨਾ ਜੀ ਕਿਸਾਨ ਦਾ ਸ਼ੋਸ਼ਣ ਕਰਦਾ ਜੀ, ਵਿਆਜ ਐਂ ਲਾਉਂਦਾ, ਤੇ ਅਸੀਂ ਤੁਹਾਨੂੰ ਉਹ ਤੋਂ ਮੁਕਤ ਕਰਨਾ ਹੈ। ਉਹ ਮੁਕਤ ਤਾਂ ਇਸੇ ਬਾਦਲ ਸਰਕਾਰ ਨੇ ਕੀਤਾ ਸੀ, ਔਰ ਅਡਾਨੀਆਂ ਦੇ ਕੋਟਪੁਰੇ ਦੇ ਵਿੱਚ ਵੀ ਬਣਿਆ ਹੋਇਆ ਗਡਾਊਨ ਇਹ ਲੈ ਕੇ ਆਏ ਨੇ। ਅੱਜ ਫੋਟੋਆਂ ਵਾਇਰਲ ਹੋ ਗਈਆਂ ਨੇ ਸੋਸ਼ਲ ਮੀਡੀਆ ਦੇ ਉੱਪਰ, ਸੁਖਬੀਰ ਦੇ ਨਾਲ ਅਡਾਨੀ ਪਰਿਵਾਰ ਖੜਾ, ਕਿਤੇ ਅੰਬਾਨੀ। ਉਹ ਤਾਂ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਉਹ ਸੋਲਰ ਪਲਾਂਟ ਦੀ ਜਿਹੜੀ ਫੋਟੋ ਆ, ਉਹ ਸੋਲਰ ਪਲਾਂਟ ਜਿਹੜਾ ਇਹਨਾਂ ਨੇ ਲਾਇਆ ਸੀਗਾ ਉਹਦੀ ਫੋਟੋ ਹੈ। ਚਲੋ ਇਹ ਗੱਲ ਉਹਨਾਂ ਦੀ, ਇਸ ਗੱਲ ਨੂੰ ਐਕਸੈਪਟ ਕਰ ਲੈਂਦੇ ਆ ਵੀ ਉਹ ਸੋਲਰ ਪਲਾਂਟ ਦੀ ਫੋਟੋ ਆ। ਜਿਹੜੇ ਔਨ ਰਿਕਾਰਡ ਜਿਹੜੇ ਪ੍ਰੋਜੈਕਟ ਲੱਗੇ ਹੋਏ ਨੇ, ਕੋਟਕਪੂਰੇ ਦੇ ਵਿੱਚ ਗਡਾਊਨ ਬਣਿਆ, ਜਿਸ ਗਡਾਊਨ 'ਚ ਸਿੱਧੀ ਜਾ ਕੇ ਟਰਾਲੀ ਲੈਣੀ ਹੈ, ਉਹ ਕਿਹਨੇ ਦਿੱਤਾ ਜੀ? ਬਿਲਕੁਲ ਟ੍ਰੇਨ ਦੇ ਨਾਲ ਡਗਰੂ ਬਣਿਆ ਹੋਇਆ ਗਡਾਊਨ, ਆਪਣੇ ਨੇੜੇ ਹੀ ਹੈ ਨਾ ਦੋ। ਇਹ ਕਿਤੇ ਇਹ ਪੰਜਾਬ ਤੋਂ ਬਾਹਰ ਬਣ ਗਏ। ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਕੀ ਹੋ ਰਿਹਾ, ਅੱਜ ਡਰਾਮੇ ਕਰਦੇ ਨੇ। ਇਹ ਪੂਰੀ ਤਰ੍ਹਾਂ ਡਰਾਮੇ ਲੋਕ ਸਮਝ ਚੁੱਕੇ ਨੇ, ਇਹ ਗੱਲਾਂ ਦੇ ਵਿੱਚ ਹੁਣ ਨਹੀਂ ਕੋਈ ਆਉਂਦਾ। ਤਾਂ ਬਾਈ ਕੱਲ ਸਿਮਰਨ ਗਿੱਲ ਨਾਲ ਵੀ ਗੱਲ ਕਰ ਰਹੇ ਸੀ ਸਾਡੇ ਚੈਨਲ ਦੇ ਪੱਤਰਕਾਰ। ਸਿਮਰਨ ਗਿੱਲ ਦਾ ਕਹਿਣਾ, ਐਡਵੋਕੇਟ ਸਿਮਰਨਜੀਤ ਗਿੱਲ, ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਕੋਲ B ਪਲਾਨ ਨਹੀਂ ਆ। ਜੇ ਐਮਰਜੈਂਸੀ ਲੱਗਦੀ ਆ ਤਾਂ ਸਾਡੇ ਕੋਲੇ B ਪਲਾਨ ਹੀ ਹੈ ਨਹੀਂਗਾ। ਜੇ ਐਮਰਜੈਂਸੀ ਲੱਗਦੀ ਆ, ਹਾਲਾਤ ਜਿਹੜੇ ਤਣਾਅਪੂਰਨ ਆ, ਕੀ ਸਿੱਟੇ ਨਿਕਲ ਸਕਦੇ ਆ? ਤੁਹਾਨੂੰ ਕੀ ਲੱਗਦਾ? ਦੇਖੋ, ਐਮਰਜੈਂਸੀ ਕੋਈ ਪਹਿਲੀ ਵਾਰ ਨਹੀਂ ਲੱਗਣੀ, ਐਦੋਂ ਪਹਿਲਾਂ ਵੀ ਐਮਰਜੈਂਸੀ ਲੱਗੀ ਸੀ, ਔਰ ਉਹ ਐਮਰਜੈਂਸੀ ਇਹ ਸੈਂਟਰ ਗੌਰਨਮੈਂਟ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਕਿ ਜਦ ਇੰਦਰਾ ਨੇ ਐਮਰਜੈਂਸੀ ਲਾਈ ਸੀ ਤੇ ਐਮਰਜੈਂਸੀ ਦੇ ਖਿਲਾਫ ਜਿਹੜੀ ਫਾਈਟ ਦਿੱਤੀ ਸੀ ਉਹ ਪੰਜਾਬ ਨੇ ਦਿੱਤੀ ਸੀ, ਐਮਰਜੈਂਸੀ ਤੜਵਾਈ ਸੀ, ਔਰ ਉਦੋਂ ਤੱਕ ਲੜਦੇ ਰਹੇ ਆ। ਅਸੀਂ ਅੰਗਰੇਜ਼ ਨਾਲ ਵੀ ਲੜੇ ਆ, ਇਹਨਾਂ ਨਾਲ ਵੀ ਲੜ ਲਾਂਗੇ। ਜਿਹੜੇ ਸਿੱਟੇ ਆਉਣਗੇ ਜਦੋਂ ਤੁਹਾਡੇ ਜਾਨ ਤੇ ਬਣ ਜੇ, ਤੁਹਾਡੀ ਹੋਂਦ ਨੂੰ ਖਤਰਾ ਹੋ ਜੇ, ਜਿੱਥੇ ਜਾ ਕੇ ਇਹ ਆ ਜੇ ਸਾਡੀ ਹੋਂਦ ਨੂੰ ਖਤਰਾ ਹੈ, ਤਾਂ ਉੱਥੇ ਜਾ ਕੇ ਸਿੱਟੇ ਨਹੀਂ ਦੇਖੇ ਜਾਂਦੇ। ਅਸੀਂ ਤਾਂ ਉਸ ਪਿਓ ਦੇ ਪੁੱਤਾਂ, ਉਸ ਬਾਪੂ ਦੇ ਪੁੱਤ ਹੈ ਜਿਹਨੇ ਆਨੰਦਪੁਰ ਮੁੱਲ ਲੈ ਕੇ ਵਸਾਇਆ ਸੀ, ਤੇ ਉਸ ਤੋਂ ਬਾਅਦ ਜਿਸ ਮੌਜ ਦੇ ਵਿੱਚ ਆਨੰਦਪੁਰ ਸਾਹਿਬ ਸੁੱਤੇ ਨੇ ਮੇਰੇ ਬਾਦਸ਼ਾਹ, ਉਸੇ ਮੌਜ ਦੇ ਵਿੱਚੋਂ ਮਾਛੀਵਾੜੇ ਸੁੱਤੇ ਨੇ। 40 ਸਿੰਘ ਭੁੱਖਣ ਭਾਣੇ, ਬਾਹਰ ਲੱਖਾਂ ਦੀ ਫੌਜ, ਉਹਨਾਂ ਦੇ ਨਾਲ ਲੜੇ ਆ, ਮਰਨ ਦੀ ਤਾਂ ਕਿਸੇ ਨੂੰ ਪਰਵਾਹ ਹੀ ਨਹੀਂ। ਅੱਜ ਸਾਡੀ ਹੋਂਦ ਬਰਕਰਾਰ ਹੈ, ਤੇ ਇਹ ਹੋਂਦ ਇਹ ਕਦੇ ਖਤਮ ਨਹੀਂ ਹੋ ਸਕਣੀ। ਇਹ ਭੁਲੇਖੇ 'ਚ ਨਾ ਰਹਿਣ। ਅੱਜ ਪੂਰਾ ਵਰਲਡ ਇਸ ਗੱਲ ਨੂੰ ਮੰਨ ਚੁੱਕਿਆ ਕਿ ਇਹ ਕੌਮ ਜਿਹੜੀ ਹੈ ਸ਼ੇਰਾਂ ਦੀ ਕੌਮ ਹੈ। ਇਹ ਥੋੜ੍ਹ ਚਿਰੀਆਂ ਗੱਲਾਂ ਨੇ, ਜੋ ਮਰਜ਼ੀ ਕਰ ਲੈਣ, ਤੇ ਜਿਹੜੀਆਂ ਮਰਜ਼ੀ ਐਮਰਜੈਂਸੀਆਂ ਲਾ ਲੈਣ। ਐਮਰਜੈਂਸੀਆਂ ਲੱਗੀਆਂ, ਕੋਈ ਗੱਲ ਨਹੀਂ, ਉਹਨਾਂ ਸਿੱਟਿਆਂ ਦੇ ਸਾਨੂੰ ਕੋਈ ਚਿੰਤਾ ਨਹੀਂ। ਜਦੋਂ ਸਾਡੀ ਹੋਂਦ ਤੇ ਆ ਗਈ, ਅਸੀਂ ਲੜਾਂਗੇ। ਤਾਂ ਅੱਜ ਦੀ ਜੇ ਗੱਲ ਕਰੀਏ ਤਾਂ ਦੀਪ ਸਿੱਧੂ ਦੇ ਉੱਤੇ ਪੰਜਾਬੀ ਕਾਫੀ ਯਕੀਨ ਕਰ ਰਹੇ ਨੇ। ਉਹਨਾਂ ਨੂੰ ਮਤਲਬ ਆਗੂ ਹੀ ਮੰਨ ਰਹੇ ਨੇ। ਉਹ ਪੰਜਾਬੀ ਜਿਹੜੇ ਆ ਦੀਪ ਸਿੱਧੂ ਨੂੰ ਮੂਹਰੇ ਲਾ ਰਹੇ ਨੇ। ਦੀਪ ਸਿੱਧੂ ਸਾਰਿਆਂ ਤੋਂ ਵੱਖ ਹੋ ਕੇ ਚੱਲ ਰਹੇ ਨੇ। ਜਿੰਨੀਆਂ ਜਥੇਬੰਦੀਆਂ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਬੰਦ ਕਮਰਾ ਮੀਟਿੰਗ ਨਹੀਂ ਹੋਊਗੀ, ਸੰਗਤ ਦੇ ਵਿੱਚ ਬਹਿ ਕੇ ਫੈਸਲੇ ਲਏ ਜਾਣਗੇ। ਪਰ ਬਾਈ ਲੱਖਾ ਸਿਧਾਣਾ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਵਾਰ ਇਕੱਠੇ ਹੋ ਕੇ ਚੱਲਣਾ ਚਾਹੀਦਾ, ਜਿਵੇਂ ਜਥੇਬੰਦੀਆਂ ਕਹਿੰਦੀਆਂ ਉਵੇਂ ਚੱਲਣਾ ਚਾਹੀਦਾ। ਕਿਵੇਂ ਦੇਖਦੇ ਹੋ? ਪਹਿਲਾਂ ਸਾਰਾ ਆਪਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ ਹਲੇ, ਕਿਵੇਂ ਲੱਗਦਾ ਤੁਹਾਨੂੰ? ਵੱਖ-ਵੱਖ ਟੈਂਟ ਜੇ ਲੱਗੇ ਹੋਏ ਨੇ ਉੱਥੇ। ਕੱਲ੍ਹ ਦੀ ਜੇ ਗੱਲ ਕਰਾਂ, ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਬਾਈ ਦੀਪ ਸਿੱਧੂ ਦਾ ਅੱਡ ਟੈਂਟ ਲੱਗਿਆ ਹੋਇਆ, ਅਕਾਲੀ ਦਲ ਅੰਮ੍ਰਿਤਸਰ ਦਾ ਅੱਡ ਲੱਗਿਆ ਹੋਇਆ। ਕਿਵੇਂ ਦੇਖਦੇ ਹੋ? ਲਾਮਬੰਦ ਹੋਣ ਦੀ ਲੋੜ ਨਹੀਂ ਹਲੇ? ਦੇਖੋ, ਲਾਮਬੰਦੀ ਜਿਹੜੀ ਹੈ ਉਹ ਸਮੇਂ ਦੀ ਜ਼ਰੂਰਤ ਹੈ, ਤੇ
ਸਾਡਾ ਇੱਕ ਸੁਭਾਅ ਹੈ, ਅਸੀਂ ਇੱਕ ਝੰਡੇ ਥੱਲੇ ਸਾਡੇ ਤੁਰ ਹੀ ਨਹੀਂ ਸਕਦੇ। ਜਦ ਸਿੱਖ ਰਾਜ ਸਥਾਪਿਤ ਹੋਇਆ ਉਦੋਂ ਕਿੰਨੀਆਂ ਮਿਸਲਾਂ ਸੀ, ਨਿਸ਼ਾਨਾ ਤਾਂ ਇੱਕੋ ਹੀ ਆ ਨਾ। ਚਾਹੇ ਦੀਪ ਸਿੱਧੂ ਬੈਠੇ ਨੇ, ਚਾਹੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ, ਜਿਹੜੇ ਮਰਜ਼ੀ ਬੈਠੇ ਆ। ਮੈਂ ਕਿਸੇ ਨੂੰ ਵੀ ਇਸ ਗੱਲ 'ਤੇ ਰੱਦ ਨਹੀਂ ਕਰਦਾ, ਔਰ ਇਹ ਵੀ ਉਮੀਦ ਕਰਦੇ ਹਾਂ ਕਿ ਸਾਰੇ ਇਮਾਨਦਾਰੀ ਨਾਲ ਬੈਠੇ ਨੇ। ਸਾਡੇ ਵਿੱਚ ਤਾਂ ਦੇਖੋ ਜੀ, ਜੇ ਕੋਈ ਬੇਈਮਾਨ ਵੀ ਆ ਜਾਂਦਾ ਹੈ ਤੇ ਬੇਈਮਾਨੀ ਕਰਨ ਤੋਂ ਬਾਅਦ ਵੀ ਉਹ ਜਦੋਂ ਸੋਚਦਾ ਕੋਪਰ ਹੀੜੇ ਦਾ ਜਿਹੜਾ ਯੁੱਧ ਲੱਗਿਆ ਸੀ, ਤੇ ਉੱਥੇ ਜਦੋਂ ਸਾਡੇ ਜਰਨੈਲ ਸ਼ਾਮ ਦੇ ਸਮੇਂ ਜਦੋਂ ਅੱਧੀ ਫੌਜ ਸ਼ਹੀਦ ਹੋ ਗਈ, ਅੱਧੀ ਫੌਜ ਨਹੀਂ, ਉਸ ਸਮੇਂ ਸਿੱਖ ਕੌਮ ਦੀ ਗਿਣਤੀ ਸਾਰੀ 60,000 ਦੀ ਸੀ ਤੇ 30,000 ਤੋਂ ਵੱਧ ਦੀ ਗਿਣਤੀ ਜਿਹੜੀ ਸ਼ਹੀਦ ਹੋ ਗਈ ਸੀ, ਤੇ ਹਜ਼ਾਰਾਂ ਦੀ ਗਿਣਤੀ 'ਚ ਫੱਟੜ ਸੀ। ਕਿਸੇ ਦੇ ਕਿਤੇ ਫੱਟ ਹੈ, ਕਿਤੇ ਕਿਸੇ ਦੇ ਕਿਤੇ ਫੱਟ ਹੈ। ਤੇ ਰਹਿਰਾਸ ਦੇ ਜਾਪ ਤੋਂ ਬਾਅਦ ਜਦੋਂ ਸਿੰਘ ਸਾਹਿਬ ਅਰਦਾਸ ਕਰਦੇ ਨੇ ਕਿ ਪਾਤਸ਼ਾਹ ਦਿਨ ਸੁੱਖਾਂ ਦਾ ਬਤੀਤ ਹੋਇਆ, ਤੇ ਉਦੋਂ ਜਿਹੜਾ ਜਸੂਸ ਸਾਡੀ ਫੌਜ ਦੇ ਵਿੱਚ ਸੀ ਉਹ ਆ ਕੇ ਸਾਡੇ ਨਾਲ ਖੜਾ। ਸਾਨੂੰ ਇਸ ਗੱਲ ਦਾ ਕੋਈ ਚਿੰਤਾ ਨਹੀਂ। ਗਦਾਰ ਵੀ ਹੋਣਗੇ, ਕੌਣ ਗਦਾਰ ਨੇ, ਇਹ ਗੱਲਾਂ ਬਾਦੀਆਂ ਨੇ। ਸਾਡਾ ਸੁਭਾਅ ਹੈ, ਮਿਸਲਾਂ ਦੇ ਵਿੱਚ ਅਸੀਂ ਆਏ ਹਾਂ ਤੇ ਇਸੇ ਰੂਪ 'ਚ ਅਸੀਂ ਚੱਲਾਂਗੇ, ਲੜਾਂਗੇ। ਅੱਜ ਮੂਹਰੇ ਕੌਣ ਖੜਾ ਹੈ ਇਹ ਮੈਨੇ ਨਹੀਂ ਕਰਦਾ। ਮੈਟਰ ਇਹ ਕਰਦਾ ਕਿ ਸਮੁੱਚਾ ਪੰਜਾਬ ਉਹਨੂੰ ਜਿੱਥੇ ਕਿਤੇ ਮਾੜਾ ਮੋਟਾ ਥਾਂ ਮਿਲਿਆ ਉੱਥੇ ਬੈਠ ਗਿਆ। ਜਾ ਕੇ ਕਾਲ ਆਈ ਕਿ ਟੋਲ ਬੈਰੀਅਰ ਜਿਹੜੇ ਨੇ ਉਹ ਬੰਦ ਕਰਨੇ ਆ, ਆਪਣੇ ਆਪ ਜਾ ਕੇ ਯੂਥ ਨੇ ਬੰਦ ਕਰਤੇ। ਰਿਲਾਇੰਸ ਦੇ ਪੰਪਾਂ ਦੇ ਬਾਈਕਾਟ ਦੀ ਗੱਲ ਆਈ, ਸਾਰੇ ਪੰਜਾਬ 'ਚ ਰਿਲਾਇੰਸ ਦੇ ਪੰਪਾਂ ਦੇ ਸਾਹਮਣੇ ਜਾ ਕੇ ਧਰਨੇ ਲੱਗੇ। ਕੌਣ ਨੇ ਉਹਨਾਂ ਦੇ ਕੋਲੇ? ਸਾਰੇ ਆਪ ਮੁਹਾਰੇ। ਜਦੋਂ ਇੱਕ ਇਸ਼ਾਰਾ ਆਇਆ ਲੋਕ ਚੱਲ ਪਏ। ਅੱਜ ਕਿਸੇ ਦੀ ਅਗਵਾਈ ਨਹੀਂ, ਅੱਜ ਪੰਜਾਬ ਸਾਰੇ ਦਾ ਸਾਰਾ ਪੰਜਾਬ ਆਪਣੇ ਆਪ ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਕੋਈ ਗਰਮ ਗੱਲ ਹੈਗੀ ਹੈ ਜਾਂ ਚੰਗੀ ਗੱਲ ਆ, ਥੋੜ੍ਹੀ ਜਿਹੀ ਲੱਗਦਾ ਕਿ ਸ਼ਾਇਦ ਇੱਥੋਂ ਕੁਝ ਨਿਕਲ ਆਵੇ, ਅੱਜ ਪੰਜਾਬ ਉੱਥੇ ਜਾ ਰਿਹਾ। ਇਸ ਗੱਲ ਇਹ ਕੋਈ ਬਹੁਤਾ ਮੈਟਰ ਨਹੀਂ ਕਰਦਾ ਗਾ ਕਿੱਥੇ ਆ। ਹਾਂ, ਇਕੱਠੇ ਹੋਣਾ ਬਣਦਾ। ਜਦੋਂ ਸਮਾਂ ਆਇਆ ਕੋਈ ਗੱਲ ਨਹੀਂ, ਜਿਹੜੀਆਂ ਮਿਸਲਾਂ ਉਹ ਇਕੱਠੀਆਂ ਹੁੰਦੀਆਂ ਆਈਆਂ, ਇਕੱਠੇ ਹੋ ਜਾਣਗੇ, ਕੋਈ ਗੱਲ ਨਹੀਂ। ਤਾਂ ਭਗਵੰਤ ਮਾਨ ਕਹਿ ਰਹੇ ਨੇ ਕਿ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਵਿੱਚ ਮਤੇ ਪਾਏ ਜਾਣ ਆਰਡੀਨੈਂਸ ਦੇ ਵਿਰੋਧ ਦੇ ਵਿੱਚ, ਖੇਤੀ ਕਾਨੂੰਨ ਦੇ ਵਿਰੋਧ ਦੇ ਵਿੱਚ। ਉਹਦੇ ਨਾਲ ਹੋਰ ਕੀ ਰਣਨੀਤੀ ਅਪਣਾਉਣ ਦੀ ਲੋੜ ਆ? ਦੇਖੋ, ਇਹ ਪੋਲੀਟੀਕਲੀ ਚਾਹੇ ਭਗਵੰਤ ਮਾਨ ਨਾਲ ਮੈਂ ਇਹ ਕਹਿ ਲਓ ਸਹਿਮਤ ਹੋਵਾਂ ਜਾਂ ਨਾ ਹੋਵਾਂ, ਪਰ ਇਹ ਜਿਹੜੀ ਗੱਲ ਗ੍ਰਾਮ ਸਭਾਵਾਂ ਦੀ ਗੱਲ ਹੈ, ਭਗਵੰਤ ਮਾਨ ਵੱਲੋਂ ਆਈ ਹੈ ਕਾਲ, ਇਹ ਬਹੁਤ ਵਧੀਆ ਇਸ਼ੂ ਆ। ਭਗਵੰਤ ਮਾਨ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰੇ ਨੇ ਵੀ ਇਹ ਸ਼ਬਦ ਵਰਤੇ ਸੀ। ਇਹ ਬੜਾ ਵਧੀਆ ਰਸਤਾ ਹੈ। ਦੇਖੋ, ਪਾਰਲੀਮੈਂਟ ਹੈ, ਜਿਸ ਪਾਰਲੀਮੈਂਟ ਨੇ ਇੱਕ ਕਾਨੂੰਨ ਬਣਾਇਆ, ਉਹ ਪਾਰਲੀਮੈਂਟ ਕੀ ਹੈ ਕਿ ਇਲੈਕਟਡ ਪਰਸਨ ਨੇ, ਜਿਹੜੇ ਇਲੈਕਟ ਹੋ ਕੇ ਗਏ ਨੇ। ਤੇ ਗ੍ਰਾਮ ਸਭਾ ਕੀ ਹੈ ਕਿ ਇੱਕ ਪਿੰਡ ਦੀ ਸਭਾ ਹੈ ਜਿਹਦਾ ਹਰ ਪੰਚਾਇਤ ਦਾ ਜਿਹੜਾ ਵੋਟਰ ਹੈ ਉਹ ਗ੍ਰਾਮ ਸਭਾ ਦਾ ਮੈਂਬਰ ਹੈ। ਤਾਂ ਮੈਜੋਰਟੀ ਦੇ ਵਿੱਚ ਜਦੋਂ ਇਹ ਮਤੇ ਪੈ ਕੇ ਆ ਗਏ ਤਾਂ ਅਸੀਂ ਇਹ ਇੱਕ ਪਾਵਰ ਆ ਸਾਡੇ ਕੋਲ ਕਿ ਅਸੀਂ ਉਸ ਰੈਜ਼ੋਲੂਸ਼ਨ ਨੂੰ ਰੱਦ ਕਰਦੇ ਹਾਂ। ਤਾਂ ਇੱਕ ਗੱਲ ਹੈ, ਇਹਨਾਂ ਨੇ ਕਿਹਾ ਕਿ ਕਾਨੂੰਨੀ ਲੜਾਈ ਜੇ ਆਪਾਂ ਲੜਦੇ ਹਾਂ, ਹੁਣ ਜੇ ਅਜਮੇਰ ਸਿੰਘ ਲੱਖੋਵਾਲ ਹੋਰਾਂ ਨੇ ਵੀ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਜੇ ਪਟੀਸ਼ਨ ਦਾਇਰ ਕਰ ਦਿੱਤੀ ਹੈ ਕਿ ਅਸੀਂ ਜਿਹੜਾ ਆ ਕਾਨੂੰਨੀ ਲੜਾਈ ਲੜਾਂਗੇ ਇਸ ਆਰਡੀਨੈਂਸ ਦੇ ਵਿਰੋਧ ਦੇ ਵਿੱਚ, ਇਸ ਕਾਨੂੰਨ ਦੇ ਵਿਰੋਧ ਦੇ ਵਿੱਚ, ਤਾਂ ਇਹ ਉਸ ਕਾਨੂੰਨ ਦੇ ਵਿਰੋਧ ਦੇ ਵਿੱਚ ਇੱਕ ਵੱਡਾ ਸਾਡੇ ਕੋਲੇ ਜਿਹੜਾ ਆ ਤੱਥ ਹੋਊਗਾ, ਸਬੂਤ ਹੋਊਗਾ ਕਿ ਲੋਕ ਜਿਹੜੇ ਆ ਵਿਰੋਧ ਦੇ ਵਿੱਚ ਨੇ। ਤਾਂ ਇੱਕ ਗੱਲ ਹੋਰ ਮੈਂ ਕਹਿਣੀ ਚਾਹੂੰਗਾ ਕਿ ਬਾਬਰੀ ਮਸਜਿਦ ਦਾ ਮਸਲਾ ਸੀਗਾ, ਥੋੜ੍ਹੇ ਦਿਨ ਪਹਿਲਾਂ ਉਹ 'ਤੇ ਫੈਸਲਾ ਆਉਂਦਾ, ਜਿੰਨੇ ਵੀ ਹਿੰਦੂਤਵ ਲੀਡਰ ਸੀ ਸਾਰੇ ਬਰੀ ਹੋ ਜਾਂਦੇ ਨੇ। ਤੁਹਾਨੂੰ ਲੱਗਦਾ ਵੀ ਕਾਨੂੰਨੀ ਲੜਾਈ ਜਿਹੜੀ ਆ, ਇੱਕ ਮਾਈਨੋਰਿਟੀ ਜਿਹੜੀ ਸਿੱਖ ਘੱਟ ਗਿਣਤੀ ਕੌਮ ਜੇ ਇਸ ਕਾਨੂੰਨ ਦੇ ਖਿਲਾਫ ਲੜੂਗੀ ਤਾਂ ਇਸ ਕੌਮ ਦੇ ਜਿਹੜਾ ਆ ਹਿੱਤ ਦੇ ਵਿੱਚ ਫੈਸਲੇ ਆਉਣਗੇ? ਸੁਰਜੀਤ ਪਾਤਰ ਦਾ ਇੱਕ ਸ਼ੇਅਰ ਹੈ ਨਾ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ। ਅਦਾਲਤਾਂ ਦਾ ਸਿਸਟਮ ਜਿਹੜਾ ਹੈ, ਇੰਡੀਅਨ ਕੋਰਟਾਂ ਦਾ ਰਿਟਾਇਰਡ ਜੱਜ ਜਿਹੜੇ ਨੇ, ਰਿਟਾਇਰਡ ਜੱਜ ਸੀ ਮਾਰਕੰਡੇ ਵਰਗੇ, ਉਹਨਾਂ ਨੇ ਜਿਹੜਾ ਸਾਡੀਆਂ ਅਦਾਲਤਾਂ ਦੇ ਵਿੱਚ ਕੀ ਹੋ ਰਿਹਾ, ਅਦਾਲਤਾਂ ਦੇ ਕਰਪਸ਼ਨ ਉਹਨਾਂ ਨੇ ਸਾਹਮਣੇ ਲੈ ਆਂਦੀ ਹੈ। ਇਹ ਅਦਾਲਤ ਨਵਾਂ ਸ਼ਹਿਰ ਦੇ ਵਿੱਚ 3 ਨੌਜਵਾਨਾਂ ਨੂੰ ਲਿਟਰੇਚਰ ਪੜ੍ਹਨ ਵਾਸਤੇ ਕਿ ਉਹਨਾਂ ਕੋਲੋਂ ਆਹ ਕਿਤਾਬਾਂ ਮਿਲੀਆਂ, ਭਾਈ ਰਣਧੀਰ ਸਿੰਘ ਦੀ ਫੋਟੋ ਮਿਲੀ ਹੈ, ਤੇ ਕਹਿੰਦੇ ਜੀ ਇਹ ਮੁਲਕ ਦੇ ਖਿਲਾਫ ਬਗਾਵਤ ਸੀ, ਉਹਨਾਂ ਨੂੰ ਉਮਰ ਕੈਦ ਹੋ ਗਈ। ਸੁਣਵਾਈ ਕੋਈ ਨਹੀਂ। ਬੜਾ ਲੰਬਾ ਸਮਾਂ ਮੈਂ ਇੱਕ ਸੋਸ਼ਲ ਮੀਡੀਆ 'ਤੇ ਇੱਕ ਚੁਟਕਲਾ ਪੜ੍ਹਿਆ ਕਿ ਚੁਟਕਲੇ 'ਚ ਕੀ ਸੀ ਕਿ ਕਿਸੇ ਨੇ ਇਹ ਗੱਲ ਕਹਿਤੀ, ਜੰਗਲ ਦੇ ਵਿੱਚ ਇਹ ਗੱਲ ਆ ਗਈ ਕਿ ਹਾਥੀ ਜਿਹੜਾ ਨਾ ਜੀ ਉਹ ਫੜ ਕੇ ਅੰਦਰ ਕਰਨਾ, ਤੇ ਸਾਰੀਆਂ ਮੱਝਾਂ ਭੱਜ ਪਈਆਂ। ਤੇ ਮੱਝ ਨੂੰ ਕਿਸੇ ਨੇ ਪੁੱਛ ਲਿਆ ਵੀ ਤੂੰ ਕਿਉਂ ਭੱਜੀ ਜਾਨੀ, ਉਹਨੂੰ ਤਾਂ ਹਾਥੀ ਫੜਨਾ। ਉਹ ਕਹਿੰਦੀ ਜੇ ਇਹਦਾ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਫੜ ਕੇ ਅੰਦਰ ਦੇਤਾ ਨਾ ਜਦੋਂ ਇੱਕ ਵਾਰੀ, ਇਹ ਚੁਟਕਲਾ ਸੀ, ਤੇ ਮੈਨੂੰ ਸਾਰੀ ਉਮਰ ਲੱਗ ਜਾਣੀ ਹੈ ਸਾਬਤ ਕਰਨ ਦੇ, ਮੈਂ ਤਾਂ ਹਾਥੀ ਹੈ ਹੀ ਨਹੀਂ। ਯਾਨੀ ਇਹ ਚੀਜ਼ਾਂ, ਅਦਾਲਤ ਦਾ ਜਿਹੜਾ ਸਿਸਟਮ ਹੈ ਬੜਾ ਲੰਬਾ ਸਿਸਟਮ ਹੈ। ਲੜਾਈ ਜਿਹੜੀ ਹੈ ਜ਼ਮੀਨ 'ਤੇ ਆ ਕੇ ਹੀ ਲੜਨੀ ਪੈਣੀ ਹੈ। ਠੀਕ ਹੈ, ਉਹਨਾਂ ਦਾ ਤਰੀਕਾ ਹਰ ਇੱਕ ਨੂੰ ਇਹ ਲੱਗਦਾ ਹੁੰਦਾ, ਹਰ ਇੱਕ ਨੂੰ ਆਪੋ ਆਪਣਾ ਰਾਈਟ ਆਪਣੇ ਤਰੀਕੇ ਨਾਲ ਲੜਨ ਦਾ, ਉਹ ਕਿਸ ਰੂਪ 'ਚ ਜਾਂਦੇ ਨੇ। ਪਰ ਜਿਹੜਾ ਜ਼ਮੀਨੀ ਹਕੀਕਤਾਂ, ਜ਼ਮੀਨੀ ਪੱਧਰ 'ਤੇ ਲੜਾਈ ਆ, ਉਹ ਸਾਨੂੰ ਦੇਣੀ ਚਾਹੀਦੀ ਆ ਔਰ ਆਉਣਾ ਚਾਹੀਦਾ। ਪਰ ਸਟੇਟ ਦੀ ਜੇ ਗੱਲ ਕਰੀਏ, ਸਟੇਟ ਕੋਲੇ ਸਾਰੀਆਂ ਪਾਵਰਾਂ ਨੇ, ਪੁਲਿਸ ਉਹਨਾਂ ਦੀ ਹੈ, ਸਾਰਾ ਕੁਝ ਉਹਨਾਂ ਦਾ, ਆਰਮੀ ਉਹਨਾਂ ਦੀ ਹੈ। ਜੇ ਗੱਲ ਕਰੀਏ ਲੜਾਈ ਜਿਹੜੀ ਜ਼ਮੀਨੀ ਪੱਧਰ 'ਤੇ ਲੜਨੀ ਪੈਣੀ ਹੈ ਸਟੇਟ ਦੇ ਖਿਲਾਫ, ਜੇ ਹੁਣ ਪੰਜਾਬ ਦੇ ਮੁੰਡਿਆਂ 'ਤੇ ਯੁਆਪਾ ਵੀ ਲਾਇਆ ਜਾ ਰਿਹਾ
ਜੇ ਸਵਾਲ ਵੀ ਕਰਦੇ ਆ ਉਹਦੇ ਤੇ ਵੀ ਤੁਹਾਨੂੰ ਅੰਦਰ ਕਰ ਦਿੰਦੇ ਨੇ। ਕਲਤਾਰ ਸੰਧਵਾਂ ਜੀ ਗੱਲ ਕਰ ਰਹੇ ਸੀ ਕਿ ਐਮਰਜੈਂਸੀ ਤਾਂ ਪਹਿਲਾਂ ਹੀ ਲੱਗੀ ਹੋਈ ਆ, ਸਵਾਲ ਤਾਂ ਆਪਾਂ ਕਰ ਹੀ ਨਹੀਂ ਸਕਦੇਗੇ। ਜੇ ਸੈਂਟਰ ਸਰਕਾਰ ਨੂੰ ਸਵਾਲ ਕਰਦੇ ਆ ਤੁਹਾਡੇ ਤੇ ਸਿੱਧਾ ਕੇਸ ਪਾ ਕੇ ਅੰਦਰ ਕੀਤਾ ਜਾਂਦਾ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਜਦੋਂ ਸਵਾਲ ਕਰੇ ਤੇ ਹੀ ਅੰਦਰ ਕੀਤਾ ਜਾਂਦਾ, ਜਾਂ ਉਹ ਮੁੰਡੇ ਜਿਹੜੇ ਨਵਾਂ ਸ਼ਹਿਰ ਤੋਂ ਫੜੇ ਗਏ ਆ ਸਿਰਫ ਉਹਨਾਂ ਕੋਲ ਇੱਕ ਲਿਟਰੇਚਰ ਹੀ ਸੀ, ਲਿਟਰੇਚਰ ਉਹ ਕੋਈ ਲਿਟਰੇਚਰ, ਉਹ ਧਾਰਮਿਕ ਲਿਟਰੇਚਰ, ਆਪਾਂ ਜੋ ਵੀ ਆਪਾਂ ਦੇਖਿਆ ਭਾਈ ਰਣਧੀਰ ਸਿੰਘ ਦੀ ਫੋਟੋ ਜਿਹੜੀ ਮਿਲੀ ਆ, ਮਤਲਬ ਧਾਰਮਿਕ ਲਿਟਰੇਚਰ ਸੀ। ਤਾਂ ਉਹ ਸਭ ਨੂੰ ਕਿਵੇਂ ਦੇਖਦੇ ਹੋ ਵੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਤੁਹਾਡੇ ਤੇ ਯੁਆਪਾ ਲਾਇਆ ਜਾਂਦਾ? ਸਿੱਧੇ ਸ਼ਬਦਾਂ ਵਿੱਚ ਇਹੀ ਕਿਹਾ ਜਾ ਸਕਦਾ ਵੀ ਚੁੱਪ ਕਰ ਜਾਓ, ਜੋ ਵੀ ਹੋ ਰਿਹਾ ਸਹੀ ਆ। ਜੇ ਕਿਸੇ ਦੇ ਦਿਮਾਗ ਦੇ ਵਿੱਚ ਇਹ ਆਵੇ ਕਿ ਯੁਆਪਾ ਲੱਗ ਜਾਣੀ ਹੈ ਤੇ ਮੈਨੂੰ ਇਹ ਹੋ ਜੂ, ਤਾਂ ਉਹਨਾਂ ਕੋਲੇ ਹਥਿਆਰ ਆ, ਸਾਰਾ ਕੁਝ ਉਹਨਾਂ ਕੋਲੇ, ਇਹ ਕੁਝ ਤਾਂ ਉਹ ਕਰਨਗੇ। ਔਰ ਸਾਨੂੰ ਇਹ ਗੱਲ ਆਪਦੇ ਜ਼ਿਹਨ 'ਚ ਰੱਖਣੀ ਚਾਹੀਦੀ ਹੈ ਕਿ ਮੇਰੇ ਤੇ ਪਰਚਾ ਹੋ ਸਕਦਾ, ਮੇਰੇ ਤੇ ਤਸ਼ੱਦਦ ਹੋ ਸਕਦਾ। ਜੇ ਮੀਰ ਮਨੂ ਦੀ ਜੇਲ੍ਹ ਸੀ, ਅੰਗਰੇਜ਼ ਨੇ ਕੀਤੇ ਜ਼ੁਲਮ ਕੀਤੇ, ਸਾਡੇ ਤੇ ਬਾਬਰ ਨੇ ਜ਼ੁਲਮ ਕੀਤੇ, ਬਾਬਰ ਕੇ ਨੇ ਜ਼ੁਲਮ ਕੀਤੇ, ਤੇ ਸਾਡੇ ਤੇ ਜ਼ੁਲਮ ਇਹਨਾਂ ਨੇ ਵੀ ਕੀਤੇ। 84 ਤੋਂ ਬਾਅਦ ਕੀ ਕੁਝ ਹੋਇਆ, ਸਾਡੇ ਸਿੰਘ ਕਿਵੇਂ ਸ਼ਹੀਦ ਕੀਤੇ ਨੇ, ਇਹ ਸਾਰਾ ਕੁਝ ਇਹ ਚੱਲਣਾ ਹੈ। ਇਸ ਗੱਲ ਨੂੰ ਮੰਨ ਕੇ ਚੱਲਣਾ ਪੈਣਾ ਕਿ ਉਹ ਤਸ਼ੱਦਦ ਮੇਰੇ ਤੇ ਵੀ ਹੋ ਸਕਦਾ ਹੈ, ਯੁਆਪਾ ਮੇਰੇ ਤੇ ਵੀ ਲੱਗ ਸਕਦੀ ਹੈ। ਜੇ ਤਾਂ ਅਸੀਂ ਇਹ ਚੀਜ਼ ਮੰਨ ਕੇ ਚੱਲੇ ਹਾਂ, ਉਹ ਲੜ ਸਕਣਗੇ। ਜਿਹਨੂੰ ਇਸ ਗੱਲ ਦਾ ਡਰ ਲੱਗਦਾ ਉਹ ਤੋਂ ਲੜਿਆ ਨਹੀਂ ਜਾਣਾ। ਲੜਨ ਵਾਸਤੇ ਡਰ ਜਿਹੜਾ ਹੈਗਾ ਉਹ ਛੱਡਣਾ ਪੈਣਾ। ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿ ਰਹੀ ਹੈ ਕਿ ਅਸੀਂ ਜਿਹੜੇ ਵੀ ਮੋਰਚੇ ਲੜੇ ਆ, ਅਸੀਂ ਜੋ ਵੀ ਮੋਰਚੇ ਆਰੰਭੇ ਸੀ ਉਹ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਆਰੰਭੇ ਸੀ। ਇਹ ਵੀ ਅਸੀਂ ਤਖਤ ਸਾਹਿਬਾਨਾਂ ਤੋਂ ਜਿਹੜਾ ਆ ਮੱਥਾ ਟੇਕ ਕੇ ਆਰੰਭ ਕੀਤਾ ਇਹ ਮੋਰਚਾ। ਜੇ ਗੱਲ ਕਰੀਏ ਆਰਡੀਨੈਂਸ ਦੇ ਖਿਲਾਫ ਅਸੀਂ ਇੱਕ ਜੰਗ ਜਿਹੜੀ ਆ ਛੇੜੀ ਆ। ਅਕਾਲੀ ਦਲ ਇਹ ਗੱਲ ਕਹਿ ਰਿਹਾ ਹੈ ਕਿ ਅਸੀਂ ਮੂਹਰੇ ਹੋ ਕੇ ਲੜੇ ਆ। ਅਕਾਲੀ ਦਲ ਨਾਅਰਾ ਦਿੰਦਾ ਹੁੰਦਾ ਸੀ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ। ਹੁਣ ਕਿਵੇਂ ਦੇਖਦੇ ਹੋ ਇਸ ਰਾਜਨੀਤੀ ਨੂੰ? ਅੰਦਰ ਰਹੇ ਹੋ, ਸਾਰੀਆਂ ਚੋਰ ਮੂਰੀਆਂ ਦਾ ਪਤਾ ਹੋਊਗਾ, ਕਿਵੇਂ ਦੇਖਦੇ ਹੋ? ਦੇਖੋ, ਅਕਾਲੀ ਦਲ ਦਾ ਇਹ ਨਾਅਰਾ ਪੰਥ ਵਸੇ ਮੈਂ ਉਜੜਾ, ਇਹ ਬਿਲਕੁਲ ਸਹੀ ਨਾਅਰਾ ਹੈ। ਪਰ ਇਹ ਅਕਾਲੀ ਦਲ ਬਾਦਲ ਦਾ ਹੈ ਕਿ ਨਹੀਂ ਹੈ, ਇਹ ਚੀਜ਼ ਇਹ ਮੈਟਰ ਕਰਦੀ ਹੈ। ਬਾਦਲ ਉਹ ਸ਼ਖਸ ਹੈ ਜਿਹੜਾ ਪੰਥ ਦੇ ਨਾਲ ਪਹਿਲੀ ਗਦਾਰੀ ਕਰਕੇ ਉਹਨੂੰ ਪੰਜਾਬ ਦੀ ਕੁਰਸੀ ਮਿਲੀ ਸੀ ਮੁੱਖ ਮੰਤਰੀ ਦੀ। 1969 ਦੇ ਵਿੱਚ ਗੁਰੂ ਸਾਹਿਬ ਦਾ 500 ਸਾਲਾ ਸਾਜਨਾ ਦਿਵਸ ਮਨਾਇਆ ਜਾਂਦਾ ਤੇ ਉਸ ਟਾਈਮ ਗੁਰਨਾਮ ਸਿੰਘ ਦੀ ਸਰਕਾਰ ਸੀ। ਇਹੀ ਭਾਰਤੀ ਜਨਤਾ ਪਾਰਟੀ ਦਾ ਉਦੋਂ ਹੋਰ ਨਾਂ ਸੀ, ਜਨਤਾ ਪਾਰਟੀ, ਜਨਤਾ ਸੰਘ ਸੀ ਸ਼ਾਇਦ, ਇਸ ਤਰ੍ਹਾਂ ਦਾ। BJS ਮੈਂ ਪੜ੍ਹਿਆ। 23 MLA ਉਹਨਾਂ ਦੇ ਸੀ, 40 MLA ਇਹਨਾਂ ਦੇ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਦਾ ਨਾਂ ਰੱਖ ਦਿੱਤਾ ਅੰਮ੍ਰਿਤਸਰ ਵਾਲੀ ਦਾ, ਤੇ ਇਸ ਗੱਲ ਤੇ ਜਿਹੜੀ ਦੂਸਰੀ ਧਿਰ ਸੀ ਇਹਨਾਂ ਦੀ ਭਾਈਵਾਲ ਹੋਣ ਵਾਲੀ ਪਾਰਟੀ, ਜਿਹੜੀ ਭਾਈਵਾਲ, ਜਦੋਂ ਉਹ ਧਿਰ ਸੀ, ਉਹਨਾਂ ਨੂੰ ਇਸ ਗੱਲ ਦੀ ਪੀੜ ਲੱਗੀ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਕਿਉਂ ਨਾਂ ਰੱਖਿਆ। ਤੇ ਗੁਰਨਾਮ ਸਿੰਘ ਨੂੰ ਬਦਲ ਕੇ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਮੁੱਖ ਮੰਤਰੀ ਬਣਦਾ, ਲੀਡਰ ਬਣਦਾ ਪਾਰਟੀ ਦਾ, ਤੇ ਉਹਨੂੰ ਅਹੁਦਾ ਬਖਸ਼ਿਆ ਜਾਂਦਾ। ਸੋ ਇਹ ਜਿਹੜਾ ਓਟ ਆਸਰੇ ਦਾ ਡਰਾਮਾ ਕਰਦੇ ਨੇ, ਕੋਈ ਓਟ ਆਸਰਾ ਨਹੀਂ। ਇਹਨਾਂ ਨੇ ਹਮੇਸ਼ਾ ਮਨ ਦੇ ਵਿੱਚ, ਇਸ ਪਰਿਵਾਰ ਦੇ ਮਨ 'ਚ ਕੌਮ ਪ੍ਰਤੀ ਗਦਾਰੀ ਰਹੀ ਹੈ। ਇਹਨਾਂ ਦਾ ਦੋਸ਼ ਇਹ ਵੀ ਲੱਗਦੇ ਰਹੇ ਕਿ ਜੈਤੋ ਦਾ ਮੋਰਚਾ ਲੱਗਿਆ ਸੀ ਤੇ ਇਹਨਾਂ ਦਾ ਪਰਿਵਾਰ ਖੂਹਾਂ 'ਚ ਪਾਣੀ ਪਾਉਣ ਦਾ, ਜ਼ਹਿਰ ਪਾਉਣ ਦਾ, ਪਾਣੀ ਵਾਲੇ ਖੂਹਾਂ 'ਚ ਜ਼ਹਿਰ ਪਾਉਣ ਦਾ ਦੋਸ਼ੀ ਹੈ। ਸੋ ਇਹਨਾਂ 'ਤੇ ਇਤਬਾਰ ਕਰਨ ਦੀ ਲੋੜ ਨਹੀਂ। ਇਹ ਪਰਿਵਾਰ ਜਿਹੜਾ ਹੈ ਇਹ ਕੌਮ ਦਾ ਗਦਾਰ ਪਰਿਵਾਰ ਹੈ। ਅਸੀਂ ਤਾਂ ਗਦਾਰੇ ਕੌਮ ਇਹਨੂੰ ਕਹਿ ਚੁੱਕੇ ਹਾਂ। 14 ਅਕਤੂਬਰ ਨੂੰ ਲੜ੍ਹ ਦਿਹਾੜਾ ਅਸੀਂ ਮਨਾਉਣੇ ਆ, ਤੇ ਉਹ ਦੱਸਤਾ ਸੀਗਾ ਕਿ ਇਹ ਗਦਾਰੇ ਕੌਮ ਹੈ। ਸਭ ਤੋਂ ਵੱਡਾ ਗਦਾਰ ਜਿਹੜਾ ਹੈ ਸਿੱਖ ਪੰਥ ਦਾ, ਪੰਜਾਬ ਦਾ ਗਦਾਰ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਰਿਹਾ। ਸਾਰਾ ਕੁਝ ਪੰਜਾਬ ਦਾ ਲੁਟਾ ਕੇ, ਤੇ ਹੁਣ ਕਿਹਨੂੰ ਕੀ ਦਿਖਾਉਂਦੇ ਨੇ ਇਹ ਗੱਲਾਂ? ਜੋ ਕੁਝ ਪੰਜਾਬ ਦਾ ਨੁਕਸਾਨ ਕੀਤਾ, ਨੁਕਸਾਨ ਇਹਨਾਂ ਨੇ ਕੀਤਾ। ਐਵੇਂ ਕਿਹੜੇ ਮੋਰਚੇ ਕੀ ਲਾਏ ਨੇ, ਮੋਰਚਿਆਂ ਨੂੰ ਫਲੋਪ ਹੀ ਇਹਨਾਂ ਨੇ ਕੀਤਾ। ਇਹ ਬਾਦਲ ਪਰਿਵਾਰ ਹੈ। ਅਕਾਲੀ ਦਲ ਹੈ। ਅੱਜ ਲੋੜ ਜਿਹੜੀ ਹੈ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਵੀ ਹੈ, ਅੱਜ ਅਕਾਲੀ ਦਲ ਨੂੰ ਵੀ ਆਜ਼ਾਦ ਕਰਵਾਉਣ ਦੀ ਲੋੜ ਹੈ। ਉਹ ਕੌਣ ਕਰਵਾਉਂਦਾ ਇਹ ਪਰਮਾਤਮਾ ਜਾਣਦਾ। ਤਾਂ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਕੀ ਰਣਨੀਤੀ ਅਪਣਾਉਣ ਦੀ ਲੋੜ ਆ ਜੋ ਅਸੀਂ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਡਟੇ ਹੋਏ ਆ ਤੇ ਜਿੱਤ ਤੱਕ ਉੱਪੜ ਸਕੀਏ? ਸਭ ਤੋਂ ਅਹਿਮ ਗੱਲ ਜਿਹੜੀ ਹੈ, ਸਾਨੂੰ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ। ਗੁਰੂ ਸਾਹਿਬ ਦਾ ਫਰਮਾਨ ਹੈ ਪਹਿਲੇ ਪਾਤਸ਼ਾਹੀ ਦਾ, ਜਦੋਂ ਲੋਧੀ ਪਰਿਵਾਰ ਨੂੰ ਇਹ ਹੋ ਗਿਆ ਸੀ ਕਿ ਇਹ ਮੁਲਕ ਜਿਹੜਾ ਹਿੰਦੁਸਤਾਨ ਇਹੋ ਜਿਹਾ ਮੁਲਕ ਹੈ, ਸਾਡਾ ਕੋਈ ਅੰਤ ਨਹੀਂ ਹੋ ਸਕਦਾ, ਸਾਡੇ ਤੇ ਕੋਈ ਹਮਲਾ ਨਹੀਂ ਕਰ ਸਕਦਾ। ਤੇ ਉਸ ਸਮੇਂ ਬਾਬਰ ਉੱਠ ਕੇ ਆਇਆ ਸੀ। ਬਾਣੀ ਦੇ ਵਿੱਚ ਗੁਰੂ ਸਾਹਿਬ ਦਾ ਉਹਨਾਂ ਨੇ ਦਰਜ ਕੀਤਾ ਹੈ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸਤ ਨੇ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਤੇ ਜੇ ਇਸ ਚੀਜ਼ ਤੋਂ ਆਸਵੰਦ ਹੋਣਾ ਚਾਹੀਦਾ ਸਾਰਿਆਂ ਨੂੰ ਕਿ ਇਮਾਨਦਾਰੀ ਨਾਲ ਸਮੇਂ ਦੀ ਸਰਕਾਰ ਦੇ ਨਾਲ ਲੜਾਈ ਲੜਦੇ ਆਓ, ਭਰੋਸਾ ਰੱਖੋ ਪਰਮਾਤਮਾ ਤੇ। ਉਹ ਆਪਣੇ ਆਪ ਅਲਟਰਨੇਟ ਉਹਨੇ ਪੈਦਾ ਕੀਤਾ ਹੈ। ਜੇ ਕਿਤੇ ਮੇਰੇ ਮਨ 'ਚ ਇਹ ਆ ਜੇ ਵੀ ਅੱਜ ਜੇ ਲੜਾਈ ਜਿਹੜੀ ਹੈ ਨਾ, ਜਿਹੜੇ ਸੁਖਬੀਰ ਹੋਣੀ ਲੜ ਰਹੇ ਨੇ, ਜਾਂ ਆਮ ਆਦਮੀ ਪਾਰਟੀ ਲੜ ਰਹੀ ਹੈ, ਜਾਂ ਕਾਂਗਰਸ ਲੜ ਰਹੀ ਹੈ, ਤਾਂ ਉਹਨਾਂ ਦੀ ਲੜਾਈ 2022 ਦੀ ਇਲੈਕਸ਼ਨ ਹੈ।
ਉਹ ਉਸ ਕੁਰਸੀ ਤੇ ਬੈਠਣ ਨੂੰ ਉਤਾਵਲੇ ਨੇ, ਹੋਰ ਉਹਨਾਂ ਦਾ ਕੋਈ ਨਹੀਂ ਹੈਗਾ। ਜਿਹੜੀ ਇਹ ਲੜਾਈ ਹੈ, ਇਹ ਲੜਾਈ ਇੱਕ ਵੱਖਰਾ ਟਰੈਕ ਹੈ, ਤੇ ਉਹ ਉਸ ਥਾਂ ਤੇ ਉਸ ਪਾਸੇ ਨੂੰ ਗੁਰੂ ਸਾਹਿਬ ਨੇ ਕਿਹਨੂੰ ਤਾਕਤ ਬਖਸ਼ਣੀ ਹੈ, ਇਹ ਪਰਮਾਤਮਾ ਜਾਣਦਾ ਹੈ। ਇਮਾਨਦਾਰੀ ਦੇ ਨਾਲ ਅਸੀਂ ਉਹਨਾਂ ਦੇ ਨਾਲ ਚੱਲੀਏ ਤੇ ਤੁਰੇ ਆਈਏ, ਆਪਣੇ ਮਨ ਦੇ ਵਿੱਚ ਇਮਾਨਦਾਰੀ ਹੋਵੇ, ਪਰਮਾਤਮਾ ਤੇ ਭਰੋਸਾ ਹੋਵੇ, ਜ਼ਰੂਰ ਅਸੀਂ ਜਿੱਤਾਂਗੇ। ਤਾਂ ਬਹੁਤ ਬਹੁਤ ਧੰਨਵਾਦ ਬਾਈ ਹਰਪਿੰਦਰ ਸਿੰਘ, ਤੁਹਾਡਾ ਸ਼ੁਕਰੀਆ, ਤੁਸੀਂ ਸਮਾਂ ਦਿੱਤਾ। ਬਹੁਤ ਧੰਨਵਾਦ ਜ਼ਿੰਦਾਬਾਦ ਚੈਨਲ ਦਾ, ਜਿਨ੍ਹਾਂ ਨੇ ਇਹ ਗੱਲਾਂ ਆਪ ਤੱਕ ਪਹੁੰਚਾਈਆਂ ਜੀ। ਤਾਂ ਇਹ ਸੀਗੇ ਬਾਈ ਹਰਪਿੰਦਰ ਸਿੰਘ ਬਰਾੜ, ਜਿਨ੍ਹਾਂ ਨੇ ਖੇਤੀ ਆਰਡੀਨੈਂਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਜਪਨੀਤ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ, ਜ਼ਿੰਦਾਬਾਦ ਚੈਨਲ, ਫਰੀਦਕੋਟ।